ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼। ਨਮਸਕਾਰ, ਦੈਨਿਕ ਸਵੇਰਾ ਟੀਵੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਪਮਿਲ ਪਾਟਿਆ। ਦੇਸ਼ ਭਰ ਦੇ ਵਿੱਚ ਤੇਲ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਕੌਮਾਂਤਰੀ ਪੱਧਰ ਦੇ ਉੱਤੇ ਕੱਚੇ ਤੇਲ ਦੀਆਂ ਕੀਮਤਾਂ ਘਟ ਰਹੀਆਂ ਨੇ, ਪਰ ਉਸ ਦੇ ਬਿਲਕੁਲ ਉਲਟ ਦੇਸ਼ ਭਰ ਦੇ ਵਿੱਚ ਔਰ ਪੰਜਾਬ ਦੇ ਵਿੱਚ ਵੀ ਤੇਲ ਦੀਆਂ ਕੀਮਤਾਂ ਦੇ ਵਿੱਚ ਹਰ ਰੋਜ਼ ਇਜ਼ਾਫਾ ਹੋ ਰਿਹਾ। ਕਰੀਬ 18 ਦਿਨਾਂ ਤੋਂ ਤੇਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਨੇ। ਆਮ ਤੌਰ ਤੇ ਪੋਲੀਟੀਕਲ ਪਾਰਟੀਆਂ ਜਾਂ ਕੋਈ ਵੀ ਕੇਂਦਰ ਜਾਂ ਸੂਬਾ ਸਰਕਾਰਾਂ ਇਸ ਤਰ੍ਹਾਂ ਦੇ ਰਿਸਕ ਨਹੀਂ ਲੈਂਦੀਆਂ ਕਿ ਇਸ ਤੇ ਫੈਸਲੇ ਲਏ ਜਾਣ ਤੇਲ ਕੀਮਤਾਂ ਵਧਾਉਣ ਵਰਗੇ, ਜਿਨ੍ਹਾਂ ਦਾ ਅਸਰ ਹਰ ਆਮ ਵਿਅਕਤੀ ਤੇ ਪਵੇ। ਆਮ ਤੌਰ ਤੇ ਇਹ ਚੀਜ਼ਾਂ ਬਾਉਂਸ ਬੈਕ ਕਰਦੀਆਂ ਨੇ, ਪਰ ਲਾਕਡਾਊਨ ਤੋਂ ਬਾਅਦ ਜਦੋਂ ਉਮੀਦ ਕੀਤੀ ਜਾ ਰਹੀ ਸੀ ਕਿ ਕੌਮਾਂਤਰੀ ਪੱਧਰ ਦੇ ਉੱਤੇ ਤੇਲ ਦੀਆਂ ਕੀਮਤਾਂ ਸਿਫਰ ਦੇ ਵਿੱਚ, ਮਾਈਨਸ ਦੇ ਵਿੱਚ ਪਹੁੰਚ ਚੁੱਕੀਆਂ ਨੇ ਕੱਚੇ ਤੇਲ ਦੀਆਂ, ਉਸ ਤੋਂ ਬਾਅਦ ਆਮ ਲੋਕਾਂ ਨੂੰ ਤੇਲ ਬਹੁਤ ਸਸਤੀਆਂ ਦਰਾਂ ਤੇ ਉਪਲਬਧ ਹੋਵੇਗਾ, ਪਰ ਅਜਿਹਾ ਬਿਲਕੁਲ ਨਹੀਂ ਹੋਇਆ। ਇਸ ਦੇ ਉਲਟ ਨਾ ਤੇ ਕੇਂਦਰ ਸਰਕਾਰ ਵੱਲੋਂ ਤੇਲ ਦੀਆਂ ਕੀਮਤਾਂ ਤੇ ਕੰਟਰੋਲ ਕਰਨ ਦੇ ਲਈ ਕੋਈ ਠੋਸ ਕਦਮ ਚੁੱਕਿਆ ਜਾ ਰਿਹਾ, ਔਰ ਨਾ ਹੀ ਸੂਬਾ ਸਰਕਾਰ ਵੱਲੋਂ ਇਸ ਸੰਬੰਧੀ ਕੋਈ ਠੋਸ ਕਦਮ ਚੁੱਕਿਆ ਜਾ ਰਿਹਾ। ਸੂਬਾ ਸਰਕਾਰਾਂ ਦੇ ਟੈਕਸ ਵੀ ਉਸੇ ਤਰ੍ਹਾਂ ਲੱਗ ਰਹੇ ਨੇ, ਪਰ ਆਮ ਜ਼ਿੰਦਗੀ ਦੇ ਉੱਤੇ ਇਸ ਦਾ ਬੋਝ ਪੈ ਰਿਹਾ, ਆਮ ਲੋਕਾਂ ਦੇ ਉੱਤੇ ਇਸ ਦਾ ਬੋਝ ਪੈ ਰਿਹਾ। ਆਮ ਤੌਰ ਤੇ ਮੰਨਿਆ ਜਾਂਦਾ ਕਿ ਤੇਲ ਦੀਆਂ ਕੀਮਤਾਂ ਵਧਣ ਦੇ ਨਾਲ ਹਰ ਚੀਜ਼ ਦੇ ਮਹਿੰਗਾਈ ਦੇ ਵਿੱਚ, ਕੀਮਤਾਂ ਦੇ ਵਿੱਚ ਅਸਰ ਪਵੇਗਾ। ਅੱਜ ਸਾਡੇ ਨਾਲ ਬਹੁਤ ਖਾਸ ਮਹਿਮਾਨ ਮੌਜੂਦ ਹੈਗੇ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਉਹਨਾਂ ਤੋਂ ਸਮਝਾਂਗੇ ਕਿ ਜਦੋਂ ਤੇਲ ਦੀਆਂ ਕੀਮਤਾਂ ਵੱਧਦੀਆਂ ਨੇ ਤੇ ਘਰ ਦੀ ਰਸੋਈ ਦਾ ਬਜਟ ਕਿਸ ਤਰ੍ਹਾਂ ਦੇ ਨਾਲ ਹਿਲਦਾ ਹੈ, ਰੋਜ਼ ਦੀ ਵਰਤੋਂ ਦੀਆਂ ਚੀਜ਼ਾਂ ਦੀ ਕੀਮਤ ਤੇ ਅਸਰ ਕਿਸ ਤਰ੍ਹਾਂ ਦੇ ਨਾਲ ਪੈਂਦਾ ਹੈ। ਸਾਡੇ ਨਾਲ ਔਰ ਟਰਾਂਸਪੋਰਟੇਸ਼ਨ ਜਿਹੜੀ ਹੁੰਦੀ ਹੈ, ਜਿਹੜੀਆਂ ਰੋਜ਼ ਦੀਆਂ ਵਰਤੋਂ ਦੀਆਂ ਚੀਜ਼ਾਂ ਨੇ, ਉਹਨਾਂ ਦੀ ਟਰਾਂਸਪੋਰਟੇਸ਼ਨ ਤੇ ਕਿਸ ਤਰ੍ਹਾਂ ਦਾ ਅਸਰ ਪੈਂਦਾ ਔਰ ਟਰਾਂਸਪੋਰਟ ਸੈਕਟਰ 'ਚ ਕਿਸ ਤਰ੍ਹਾਂ ਦਾ ਅਸਰ ਪੈਂਦਾ ਹੈ, ਸੂਬੇ ਦੀ ਜਾਂ ਦੇਸ਼ ਦੀ ਅਰਥ ਵਿਵਸਥਾ ਦੇ ਉੱਤੇ ਵਧੀਆਂ ਤੇਲ ਦੀਆਂ ਕੀਮਤਾਂ ਦਾ ਕਿਸ ਤਰ੍ਹਾਂ ਦੇ ਨਾਲ ਅਸਰ ਪੈਂਦਾ ਹੈ। ਸਾਡੇ ਮਹਿਮਾਨਾਂ ਦਾ ਤਾਰੁਫ ਕਰਵਾ ਦਿੰਦੇ ਹਾਂ। ਸਾਡੇ ਨਾਲ ਸੰਜੀਵ ਦੀਵਾਨ ਹੈਗੇ ਨੇ, ਸਾਬਕਾ ਜੁਆਇੰਟ ਸੈਕਟਰੀ ਚੰਡੀਗੜ੍ਹ ਟਰਾਂਸਪੋਰਟ ਐਸੋਸੀਏਸ਼ਨ ਤੇ ਮੌਜੂਦਾ ਮੈਂਬਰ ਨੇ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ। ਸੰਜੀਵ ਜੀ, ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ। ਸਾਡੇ ਨਾਲ ਕਰਨ ਗਿਲਹੋਤਰਾ ਨੇ, ਚੇਅਰਮੈਨ ਪੀਐਚਡੀ ਚੈਂਬਰ ਆਫ ਕਾਮਰਸ ਪੰਜਾਬ ਦੇ ਇਹ ਚੇਅਰਮੈਨ ਹੈਗੇ ਨੇ। ਕਰਨ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ। ਔਰ ਅਨਿਲ ਸ਼ਰਮਾ, ਚੀਫ ਕਾਸਟ ਐਂਡ ਮੈਨੇਜਮੈਂਟ ਅਕਾਊਂਟੈਂਟ। ਅਨਿਲ ਸ਼ਰਮਾ ਉਹਨਾਂ ਦੀ ਬੜੀ ਅੱਛੀ ਸਟੱਡੀ ਔਰ ਰਿਸਰਚ ਹੈਗੀ ਹੈ ਆਰਥਿਕ ਮਾਮਲਿਆਂ ਨੂੰ ਲੈ ਕੇ। ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ। ਸ਼ਰਮਾ ਜੀ, ਸਭ ਤੋਂ ਪਹਿਲੇ ਤੁਹਾਡੇ ਤੋਂ ਸ਼ੁਰੂਆਤ ਕਰ ਲੈਂਦੇ ਆ। ਆਰਥਿਕ ਮਸਲਿਆਂ ਨੂੰ ਸਮਝਦੇ ਹੋ ਤੁਸੀਂ, ਕੀ ਕਾਰਨ ਹੈਗਾ, ਬਿਲਕੁਲ ਤਰਕ ਦੇ ਉਲਟਾ ਕਿਉਂ ਹੈਗਾ, ਜਦੋਂ ਲਾਕਡਾਊਨ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਦੇਸ਼ ਭਰ ਦੇ ਵਿੱਚ ਇਸ ਲਾਕਡਾਊਨ ਦੀ ਵਿਵਸਥਾ ਦੇ ਸਮੇਂ ਜਿੰਨੀ ਤੇਲ ਦੀ ਖਪਤ ਪੂਰੇ ਦੇਸ਼ ਦੇ ਵਿੱਚ ਹੁੰਦੀ ਹੈ, ਕਰੀਬਨ 35% ਉਸ ਦੇ ਵਿੱਚ ਗਿਰਾਵਟ ਆਈ ਸੀਗੀ, ਕਿਉਂਕਿ ਲਾਕਡਾਊਨ ਦੇ ਕਰਕੇ ਕੋਈ ਵਾਹਨ ਨਹੀਂ ਚੱਲੇ, ਇੰਡਸਟਰੀ ਉਦਯੋਗ ਨਹੀਂ ਚੱਲੀ। ਹੁਣ ਜਦੋਂ ਇੰਡਸਟਰੀ ਉਦਯੋਗ ਚੱਲ ਗਏ, ਵਾਹਨ ਸੜਕਾਂ ਦੇ ਉੱਤੇ ਆ ਗਏ ਔਰ ਕੌਮਾਂਤਰੀ ਪੱਧਰ ਦੇ ਉੱਤੇ ਤੇਲ ਦੀਆਂ ਕੀਮਤਾਂ ਘੱਟ ਹੋਈਆਂ, ਪਰ ਬਾਵਜੂਦ ਇਸ ਦੇ ਨਾ ਦੇਸ਼ 'ਚ ਤੇਲ ਦੀਆਂ ਕੀਮਤਾਂ ਘੱਟ ਹੋ ਰਹੀਆਂ ਨੇ, ਨਾ ਸੂਬੇ ਦੇ ਵਿੱਚ, ਪੰਜਾਬ ਦੇ ਵਿੱਚ ਘੱਟ ਹੋ ਰਹੀਆਂ ਨੇ। ਕੀ ਕਾਰਨ ਹੈਗਾ ਇਹਦਾ? ਪਾਮਿਲ ਜੀ, ਇਹ ਚੀਜ਼ ਤੁਹਾਨੂੰ ਸਮਝਣੀ ਪਏਗੀ ਕਿ ਕਰੋਨਾ ਦੇ ਆਉਣ ਦੇ ਨਾਲ ਪੂਰੀ ਇਕਨੋਮੀ ਨੂੰ ਬਹੁਤ ਬੁਰੀ ਤਰ੍ਹਾਂ ਜੋਟ ਲੱਗਿਆ ਤੇ ਪੂਰੀ ਇਕਨੋਮੀ ਦਾ ਜਿਹੜਾ ਅਰਥ ਵਿਵਸਥਾ ਪੂਰੀ ਤਰ੍ਹਾਂ ਹਿੱਲ ਗਈ ਹੈ, ਚਾਹੇ ਉਹ ਪੰਜਾਬ ਦੀ ਗੱਲ ਕਰੀਏ, ਚਾਹੇ ਦੇਸ਼ ਦੀ ਗੱਲ ਕਰੀਏ ਤੇ ਚਾਹੇ ਇੰਟਰਨੈਸ਼ਨਲ ਲੈਵਲ ਦੀ ਗੱਲ ਕਰੀਏ। ਉਹਦੇ ਨਾਲ ਕੀ ਹੋਇਆ ਕਿ ਇਕਨੋਮਿਕ ਐਕਟੀਵਿਟੀ ਸਾਰੀਆਂ ਘਟ ਗਈਆਂ, ਖਤਮ ਹੋ ਗਈਆਂ। ਖਤਮ ਹੋਣ ਦੇ ਨਾਲ ਗਵਰਨਮੈਂਟ ਦਾ ਰੈਵਨਿਊ ਵੀ ਖਤਮ ਹੋਣਾ ਸ਼ੁਰੂ ਹੋ ਗਿਆ। ਅਗਰ ਮੈਂ ਅਪ੍ਰੈਲ ਮਈ ਦੀ ਗੱਲ ਕਰਾਂ ਤੇ ਅਪ੍ਰੈਲ ਮਈ 2020 ਦੇ ਅੰਦਰ ਜੀਐਸਟੀ ਦੀ ਆਪਣੀ ਕਲੈਕਸ਼ਨ ਜਿਹੜੀ ਹੈ 70% ਤੱਕ ਥੱਲੇ ਡਿੱਗ ਗਈ। 70% ਘੱਟ ਕਲੈਕਸ਼ਨ ਹੋਈ ਗਵਰਨਮੈਂਟ ਨੂੰ, ਚਾਹੇ ਉਹ ਸਟੇਟ ਗਵਰਨਮੈਂਟ ਹੈ ਚਾਹੇ ਉਹ ਸੈਂਟਰ ਗਵਰਨਮੈਂਟ ਹੈ ਜੀ। ਦੂਜੇ ਪਾਸੇ ਇਕਨੋਮੀ ਦੀਆਂ ਸਾਰੀਆਂ ਐਕਟੀਵਿਟੀ ਖਤਮ ਹੋ ਗਈਆਂ, ਜਿਹਦੇ ਨਾਲ ਗਵਰਨਮੈਂਟ ਦੇ ਬਾਕੀ ਰੈਵਨਿਊ ਦੇ ਜਿਹੜੇ ਸਾਧਨ ਸੀ ਉਹ ਵੀ ਖਤਮ ਹੋ ਗਏ। ਹੁਣ ਇਸ ਸਿੱਟੇ ਵਿੱਚ ਜਿੱਥੇ ਕਿ ਰੈਵਨਿਊ ਸਾਰਾ ਖਤਮ ਹੁੰਦਾ ਜਾ ਰਿਹਾ ਹੈ ਤੇ ਹੁਣ ਜਦੋਂ ਗਵਰਨਮੈਂਟ ਨੂੰ ਵਾਪਸ ਇਕਨੋਮੀ ਨੂੰ ਚਲਾਉਣਾ ਹੈ, ਸਭ ਕੁਝ ਕਰਨਾ, ਤੇ ਗਵਰਨਮੈਂਟ ਨੂੰ ਪੈਸਾ ਚਾਹੀਦਾ ਹੈ। ਤੇ ਗਵਰਨਮੈਂਟ ਨੂੰ ਲੱਗਦਾ ਹੈ ਕਿ ਐਸਾ ਸੈਕਟਰ ਹੈ ਜਿੱਥੇ ਕਿ ਸੈਂਟਰ ਗਵਰਨਮੈਂਟ ਆਪਣਾ ਤੇ ਸਟੇਟ ਗਵਰਨਮੈਂਟ ਆਪਣੀ ਪਾਵਰਸ ਯੂਜ਼ ਕਰਕੇ ਇਸ ਨੂੰ ਰੈਵਨਿਊ ਨੂੰ ਵਧਾ ਸਕਦੇ ਆ। ਕਿਉਂਕਿ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਜੀਐਸਟੀ ਦੇ ਅੰਡਰ ਨਾ ਪੈਟਰੋਲ ਆਉਂਦਾ ਨਾ ਡੀਜ਼ਲ ਆਉਂਦਾ ਹੈ, ਤੇ ਕਿਉਂਕਿ ਨਾ ਡੀਜ਼ਲ ਜੀਐਸਟੀ ਦੇ ਅੰਦਰ ਹੈ ਨਾ ਪੈਟਰੋਲ ਜੀਐਸਟੀ ਦੇ ਅੰਦਰ ਹੈ, ਇਸ ਕਰਕੇ ਸੈਂਟਰ ਗਵਰਨਮੈਂਟ ਕੋਲ ਆਪਣੀ ਪਾਵਰ ਹੈ ਕਿ ਉਹ ਜਿੰਨਾ ਚਾਹੇ ਟੈਕਸ ਵਧਾ ਸਕਦੀ ਹੈ, ਕਿਉਂਕਿ ਉਹ ਜੀਐਸਟੀ ਕਾਉਂਸਲ 'ਚ ਨਹੀਂ ਜਾਣਾ। ਇਸੇ ਤਰ੍ਹਾਂ ਸਟੇਟ ਦੇ ਅੰਦਰ ਪਾਵਰ ਹੈ ਕਿ ਸਟੇਟ ਗਵਰਨਮੈਂਟ ਵੈਟ ਜਿੰਨਾ ਚਾਹ ਡੀਜ਼ਲ ਪੈਟਰੋਲ ਦੇ ਉੱਤੇ ਲਗਾ ਸਕਦੇ ਕਿ ਉਹਨਾਂ ਨੂੰ ਉਹਦੇ ਵਾਸਤੇ ਜੀਐਸਟੀ ਕਾਉਂਸਲ ਨੂੰ ਅਪਰੋਚ ਕਰਨ ਦੀ ਜ਼ਰੂਰਤ ਨਹੀਂ ਹੈ। ਸਟੇਟਾਂ ਕੋਲ ਆਪਣੀ ਪਾਵਰ ਹੈ, ਸੈਂਟਰ ਦੀ ਆਪਣੀ ਪਾਵਰ ਹੈ, ਕਿਉਂਕਿ ਬਾਕੀ ਸਾਰੇ ਜਿਹੜੇ ਟੈਕਸ ਹੈ, ਇਨਡਾਇਰੈਕਟ ਟੈਕਸ ਜਿਹੜੇ ਵਸਤੂਆਂ ਦੇ ਉੱਤੇ ਲੱਗਦੇ ਜਾਂ ਸੇਵਾਵਾਂ ਉੱਤੇ ਲੱਗਦੇ, ਉਹ ਸਾਰੇ ਜੀਐਸਟੀ ਕਾਉਂਸਲ ਦੇ ਥਰੂ ਰੂਟ ਹੁੰਦੇ ਆ। ਤੇ ਜੇ ਕਿਸੇ ਵੀ ਆਈਟਮ ਦੇ ਉੱਤੇ ਆਪਾਂ ਰੇਟ ਵਧਾਉਣਾ ਹੋਵੇ ਜਾਂ ਘਟਾਉਣਾ ਹੋਵੇ ਤਾਂ ਸਾਨੂੰ ਜੀਐਸਟੀ ਕਾਉਂਸਲ 'ਚ ਜਾਣਾ ਪਏਗਾ। ਜੀਐਸਟੀ ਕਾਉਂਸਲ ਦੀ ਜਦੋਂ ਮੀਟਿੰਗ ਹੋਏਗੀ ਉੱਥੇ
ਕੀ ਆਪਸ ਵਿੱਚ ਡਿਸਕਸ਼ਨ ਹੁੰਦੀ ਹੈ, ਉਸ ਤੋਂ ਬਾਅਦ ਜਾ ਕੇ ਡਿਸਾਈਡ ਹੁੰਦਾ ਕਿ ਕੋਈ ਰੇਟ ਵਧੇਗਾ ਜਾਂ ਘਟੇਗਾ। ਲੇਕਿਨ ਡੀਜ਼ਲ ਪੈਟਰੋਲ ਇੱਕ ਐਸੇ ਆਈਟਮ ਹੈ ਅੱਜ ਦੀ ਡੇਟ 'ਚ, ਅਗਰ ਆਪਾਂ ਗੱਲ ਕਰੀਏ ਕਿ ਸੈਂਟਰਲ ਗਵਰਨਮੈਂਟ ਆਪਣੀ ਮਰਜ਼ੀ ਨਾਲ ਰੇਟ ਵਧਾ ਸਕਦੀ ਹੈ, ਸਟੇਟ ਗਵਰਨਮੈਂਟ ਆਪਣੀ ਮਰਜ਼ੀ ਨਾਲ ਰੇਟ ਵਧਾ ਸਕਦੀ ਹੈ, ਕਿਉਂਕਿ ਬਾਕੀ ਜਗ੍ਹਾ ਤੋਂ ਰੈਵਨਿਊ ਘਟ ਗਿਆ ਤੇ ਸੈਂਟਰ ਤੇ ਸਟੇਟ ਕੋਲੇ ਬਹੁਤ ਹੀ ਈਜ਼ੀ ਇੱਕ ਰਸਤਾ ਸੀਗਾ ਜਿਹਦੇ 'ਚ ਕਿ ਉਹ ਡੀਜ਼ਲ ਪੈਟਰੋਲ ਦੇ ਰੇਟ ਨੂੰ ਵਧਾ ਸਕਦੀ ਸੀਗੀ, ਉਹਦੇ ਉੱਤੇ ਟੈਕਸਿਸ ਵਧਾ ਸਕਦੀ ਸੀ। ਦੂਜੇ ਪਾਸੇ ਕਿਉਂਕਿ ਕਰੋਨਾ ਔਰ ਕੋਵਿਡ-19 ਨੇ ਪੂਰੇ ਵਰਲਡ ਦੇ ਅੰਦਰ ਇੱਕ ਆਪਣੀ ਤਬਾਹੀ ਮਚਾਈ, ਜਿਹਦੇ ਨਾਲ ਪੂਰੇ ਵਰਲਡ ਦੇ ਅੰਦਰ ਡੀਜ਼ਲ ਪੈਟਰੋਲ ਦੀ ਕੰਜ਼ੰਪਸ਼ਨ ਘਟ ਗਈ, ਲੇਕਿਨ ਪ੍ਰੋਡਕਸ਼ਨ ਉਸੇ ਲੈਵਲ ਤੇ ਚੱਲਦੀ ਰਹੀ। ਉਹਦੇ ਇੱਕ ਡਿਫਰੈਂਟ ਰੀਜ਼ਨਸ ਹੈ ਜਿਹੜੇ ਕਿ ਮੈਂ ਇੱਥੇ ਕਵਰ ਨਹੀਂ ਕਰਨਾ ਚਾਹੂੰਗਾ ਕਿ ਪ੍ਰੋਡਕਸ਼ਨ ਕਿਉਂ ਨਹੀਂ ਰੁਕੀ ਔਰ ਕੰਜ਼ੰਪਸ਼ਨ ਕਿਉਂ ਘਟ ਗਈ। ਲੇਕਿਨ ਉਹਦੇ ਨਾਲ ਹੋਇਆ ਇਹ ਕਿ ਇੰਟਰਨੈਸ਼ਨਲ ਮਾਰਕੀਟ 'ਚ ਪ੍ਰੋਡਕਸ਼ਨ ਐਡਿਟਿਵ ਰਹੀ ਔਰ ਕੰਜ਼ੰਪਸ਼ਨ ਘਟ ਗਈ ਤੇ ਉੱਥੇ ਉਹਨਾਂ ਦੇ ਕੋਲ ਸਟਾਕ ਪਾਈਲ ਅਪ ਹੋ ਗਿਆ, ਯਾਨੀ ਕਿ ਡਿਮਾਂਡ ਔਰ ਸਪਲਾਈ ਦਾ ਜਿਹੜਾ ਇੱਕ ਮੈਚ ਸੀ ਉਹ ਮਿਸ ਮੈਚ ਹੋ ਗਿਆ। ਉਹਦੇ ਨਾਲ ਇੰਟਰਨੈਸ਼ਨਲ ਮਾਰਕੀਟ 'ਚ ਪ੍ਰਾਈਸ ਘਟੇ। ਗਵਰਨਮੈਂਟ ਕੋਲ ਇੱਕ ਬਹੁਤ ਵੱਡੀ ਇਹ ਗੋਲਡਨ ਅਪਰਚੁਨਿਟੀ ਸੀ ਕਿ ਇੰਟਰਨੈਸ਼ਨਲ ਮਾਰਕੀਟ 'ਚ ਪ੍ਰਾਈਸ ਘਟ ਗਏ ਤੇ ਜਿਹਦਾ ਕਿ ਬੈਨੀਫਿਟ ਕਸਟਮਰ ਨੂੰ ਦੇਣਾ ਚਾਹੀਦਾ ਸੀ, ਤੇ ਗਵਰਨਮੈਂਟ ਨੇ ਦੇਖਿਆ ਕਿ ਇੰਟਰਨੈਸ਼ਨਲ ਮਾਰਕੀਟ ਪ੍ਰਾਈਸ ਘਟ ਰਹੇ ਹੈ, ਜਿੱਦਾਂ ਉੱਥੇ ਪ੍ਰਾਈਸ ਘਟੇ ਤੇ ਗਵਰਨਮੈਂਟ ਆਪਣਾ ਟੈਕਸ ਵਧਾਉਣਾ ਸ਼ੁਰੂ ਕਰ ਦਿੱਤਾ। ਕਿਉਂਕਿ ਗਵਰਨਮੈਂਟ ਕੋਲ ਇੱਕ ਗੋਲਡਨ ਅਪਰਚੁਨਿਟੀ ਆ ਗਈ ਕਿ ਉਹ ਆਪਣੇ ਰੈਵਨਿਊ ਨੂੰ ਜਨਰੇਟ ਕਰ ਸਕੇ, ਤੇ ਗਵਰਨਮੈਂਟ ਨੇ ਕੋਸ਼ਿਸ਼ ਕੀਤੀ ਕਿ ਇਸ ਤਰੀਕੇ ਦੇ ਨਾਲ, ਯਾਨੀ ਕਿ ਐਕਸਾਈਜ਼ ਡਿਊਟੀ ਵਧਾ ਕੇ, ਵੈਟ ਵਧਾ ਕੇ, ਕਸਟਮ ਡਿਊਟੀ ਵਧਾ ਕੇ ਜਿਹੜਾ ਉਹਨੂੰ ਘਾਟਾ ਦੂਜੇ ਪਾਸੇ ਨਾਰਮਲ ਚੀਜ਼ਾਂ 'ਚ ਹੋ ਰਿਹਾ ਸੀ ਉਹ ਘਾਟਾ ਉਹ ਇੱਥੋਂ ਦੀ ਪੂਰਾ ਕਰਨ ਦੀ ਕੋਸ਼ਿਸ਼ ਕੀਤੀ, ਜਿਹਦੇ ਤੇ ਉਹ ਕਾਫੀ ਹੱਦ ਤੱਕ ਕਾਮਯਾਬੀ ਹੋਈ ਹੈ। ਤੇ ਇਹੀ ਰੀਜ਼ਨ ਹੈ ਕਿ ਵੀ ਗਵਰਨਮੈਂਟ ਜਿਹੜੇ ਆਪਾਂ ਦੇਖ ਰਹੇ ਹਾਂ ਕਿ ਸੂਬੇ ਦੇ ਅੰਦਰ ਹੋਈ ਹੈ ਜਾਂ ਸਟੇਟ ਗਵਰਨਮੈਂਟ ਦੀ ਗੱਲ ਕਰੀਏ, ਸੈਂਟਰਲ ਗਵਰਨਮੈਂਟ ਦੀ ਗੱਲ ਕਰੀਏ, ਕਿ ਡੀਜ਼ਲ ਪੈਟਰੋਲ ਦੇ ਪ੍ਰਾਈਸ ਘਟੇ ਨਹੀਂ ਬਲਕਿ ਉਲਟਾ ਵੱਧ ਗਏ ਹੈ, ਉਹਨਾਂ ਵੱਧ ਗਏ। ਠੀਕ ਹੈ, ਗਵਰਨਮੈਂਟ ਆਪਣੀ ਘਾਟੇ ਦੀ ਭਰਪਾਈ ਪੂਰੀ ਕਰ ਰਹੀ ਹੈ। ਠੀਕ ਹੈ, ਘਾਟੇ ਦੀ ਭਰਪਾਈ ਕਰ ਰਹੀ ਹੈ। ਕਰਨ ਗਲੋਤਰਾ ਸਾਹਿਬ, ਲਾਕਡਾਊਨ ਦੀ ਜਦੋਂ ਸਥਿਤੀ ਸੀਗੀ ਜਾਂ ਉਸ ਤੋਂ ਬਾਅਦ ਜਦੋਂ ਖੁੱਲ੍ਹਣਾ ਸੀ, ਲਾਕਡਾਊਨ ਜਦੋਂ ਖੁੱਲ੍ਹਣਾ ਸ਼ੁਰੂ ਹੋਇਆ ਉਸ ਸਮੇਂ ਸਭ ਤੋਂ ਪਹਿਲੀ ਜਿਹੜੀ ਚਰਚਾ ਉਹ ਇਹ ਨਿਕਲੀ ਕਿ ਉਦਯੋਗ ਖੋਲ੍ਹੇ ਜਾਣ। ਹੁਣ ਜਦੋਂ ਉਦਯੋਗ ਖੁੱਲ੍ਹੇ, ਕਿਉਂਕਿ ਉਦਯੋਗ ਨੂੰ ਆਪਦੀਆਂ ਚੁਣੌਤੀਆਂ ਹੈਗੀਆਂ, ਲੇਬਰ ਹੋ ਗਿਆ ਜਾਂ ਹੋਰ ਚੀਜ਼ਾਂ ਹੋ ਗਈਆਂ, ਡਿਮਾਂਡ ਨਹੀਂ ਹੈਗੀ। ਹੁਣ ਜਦੋਂ ਉਦਯੋਗ ਖੁੱਲ੍ਹੇ ਤੇ ਤੇਲ ਦੀ ਕੰਜ਼ੰਪਸ਼ਨ ਉਦਯੋਗਾਂ ਦੇ ਲਈ ਵੀ ਬਹੁਤ ਜ਼ਿਆਦਾ ਹੁੰਦੀ ਹੈ। ਹੁਣ ਜਦੋਂ ਤੇਲ ਦੀਆਂ ਕੀਮਤਾਂ ਵੱਧ ਰਹੀਆਂ ਨੇ, ਸਰਕਾਰ ਕਹਿ ਰਹੀ ਉਦਯੋਗ ਖੋਲ੍ਹੋ, ਦੂਸਰੇ ਪਾਸੇ ਤੇਲ ਦੀਆਂ ਕੀਮਤਾਂ ਵੱਧ ਰਹੀਆਂ ਨੇ, ਉਦਯੋਗਾਂ ਦੇ ਉੱਤੇ ਕੀ ਅਸਰ ਹੈਗਾ ਪੰਜਾਬ ਦੇ ਸੰਦਰਭ ਦੇ ਵਿੱਚ? ਸਭ ਤੋਂ ਪਹਿਲਾਂ ਮੈਂ ਪੁੱਛਣਾ ਚਾਹੁੰਦਾ भाटिया साहब, ये तो वो डबल वाली बात होगी कि आप खोलो भी और खोलो तो इस तरह से खोलो कि जिसमें आपको वायबिलिटी ना रहे। पहले ही इतनी ऑलरेडी दिक्कतें पड़ी हुई है इंडस्ट्री को लेके कि सारे ਨੂੰ पता नहीं कि रॉ मटेरियल आना है नहीं आना, बॉर्डर खुल नहीं रहे स्टेटा ਦੇ, इंटरनेशनल मार्केट ਦਾ बुरा हाल है, ਨਾਲੇ ਉਤੋਂ ਜਿੱਥੇ ਲੇਬਰ ਦੀ ਸਮੱਸਿਆ ਚੱਲ ਰਹੀ ਸੀ, ये चीज ਤਾਂ ਕੋਈ ਸੋਚ ਵੀ ਨਹੀਂ ਸਕਦਾ ਸੀ ਲੋਕਡਾਊਨ ਦੇ ਟਾਈਮ ਤੇ। ਨਹੀਂ ਤਾਂ ਹੋ ਸਕਦਾ ਕਿ ਸ਼ਾਇਦ ਇਸ ਤੇ ਵੀ ਕੋਈ ਡਿਬੇਟ ਪਹਿਲੇ ਸ਼ੁਰੂ ਹੋ ਜਾਂਦੇ कि सरकारें इस तरह का भी कर सकते हैं कि जिथे 25% वैल्यू हैगी है रॉ मटेरियल ਦੀ ਤੇ 75% ਉਹਦੇ ਤੇ ਟੈਕਸ ਹੈਗਾ। ਮਤਲਬ ਇਹ ਤਾਂ ਬਿਲਕੁਲ ਹੀ ਇੰਡਸਟਰੀ ਨੂੰ ਨੌਨ ਸਪੋਰਟ ਕਰਨ ਵਾਲੀ ਗੱਲ ਹੈ। ਅਸੀਂ ਇਹ ਮੁੱਦਾ ਪਿਛਲੇ ਹਫਤੇ ਵੀ ਉਠਾਇਆ ਸੀਗਾ, ਸਾਡੇ ਪੀਐਚਡੀ ਚੈਂਬਰ ਦੀ ਆਲ ਇੰਡੀਆ ਦੀ ਸਾਡੀ ਵੀਡੀਓ ਕਾਨਫਰੰਸ ਹੋਈ ਸੀ ਆਨਰੇਬਲ ਫਾਈਨੈਂਸ ਮਿਨਿਸਟਰ ਜੀ ਨਾਲ, ਨਿਰਮਲਾ ਜੀ ਨਾਲ। ਉੱਥੇ ਵੀ ਚੱਕਿਆ ਸੀ ਕਿ ਜੀ ਇੱਕ ਪਾਸੇ ਆਪਾਂ ਕਹਿੰਦੇ ਕਿ ਆਪਾਂ ਨੂੰ ਇੰਡਸਟਰੀ ਤੋਂ ਸਪੋਰਟ ਕਰਨਾ ਹੈ, ਤੇ ਸਪੋਰਟ ਕਰਨ ਦੇ ਇੰਟੈਂਸ਼ਨ ਦਿਖਣੀ ਚਾਹੀਦੀ ਹੈ ਕਿ ਜਿਵੇਂ ਸ਼ਰਮਾ ਜੀ ਨੇ ਕਿਹਾ ਕਿ ਇਸ ਤੇ ਮੌਕਾ ਸੀਗਾ ਕਿ ਆਪਾਂ ਇਹ ਬੈਨੀਫਿਟ ਕਸਟਮਰ ਨੂੰ ਪਾਸ ਕਰ ਸਕਦੇ ਸੀ, ਇੰਡਸਟਰੀ ਨੂੰ ਪਾਸ ਕਰ ਸਕਦੇ ਸੀ। ਇਹ ਬੈਨੀਫਿਟ ਵੀ ਆਪਾਂ ਆਪਣੇ ਕੋਲ ਰੱਖ ਲਿਆ ਤੇ ਨਾਲ ਉੱਤੇ ਉਹਨੂੰ ਹੋਰ ਵਧਾਉਂਦੇ ਜਾ ਰਹੇ ਹਾਂ। ਇਸ ਕਰਕੇ ਜੇ ਤੁਸੀਂ ਦੇਖੋਗੇ 18-19 ਦਿਨ ਦਾ ਜਿਹੜਾ ਚੱਲ ਰਿਹਾ ਹੈ, ਮੇਰੇ ਹਿਸਾਬ ਨਾਲ ਟਰਾਂਸਪੋਰਟ ਦੇ ਵੀ ਰੇਟ ਆਲਮੋਸਟ 20 ਤੋਂ 30% ਵੱਧ ਚੁੱਕੇ ਨੇ। ਤੁਸੀਂ ਅੱਜ ਕੋਈ ਬੁਕਿੰਗ ਵੀ ਨਹੀਂ ਕਰਾ ਸਕਦੇ ਟਰਾਂਸਪੋਰਟ ਦੀ ਹਫਤੇ 10 ਦਿਨ ਬਾਅਦ ਦੀ। ਉਹਨੂੰ ਨਹੀਂ ਪਤਾ, ਟਰਾਂਸਪੋਰਟਰ ਨੂੰ ਨਹੀਂ ਪਤਾ ਕਿ ਮੈਨੂੰ ਕੀ ਰੇਟ ਡੀਜ਼ਲ ਮਿਲਣਾ ਹੈ ਤੇ ਕੀ ਮੈਨੂੰ ਪੜਤਾ ਪੈਣਾ ਹੈ। ਇਸ ਕਰਕੇ ਇੰਡਸਟਰੀ ਤੇ ਇੰਨਾ ਕੋ ਇਸ ਚੀਜ਼ ਦਾ ਇੰਪੈਕਟ ਆ ਰਿਹਾ ਕਿਉਂਕਿ ਇੰਨੀ ਲੜਾਈ ਆ। ਠੀਕ ਹੈ, ਆਪਾਂ ਕਹਿੰਦੇ ਕਿ ਪੰਜਾਬੀ ਬੜੇ ਤਕੜੇ ਹੁੰਦੇ ਨੇ, ਹਰ ਚੀਜ਼ ਦੀ ਲੜਾਈ ਲੜ ਸਕਦੇ ਨੇ, ਬਟ ਉਹਨਾਂ ਕੋ ਉਹ ਕਹਿੰਦੇ ਨਾ ਕਿ ਦਬਾਣਾ ਚਾਹੀਦਾ ਕਿ ਜਿੰਨੀ ਕੋ ਮਾਰ ਆਪਾਂ ਸਹਿ ਸਕੇ। ਇੱਥੇ ਪਹਿਲੇ ਲੋਕਡਾਊਨ ਦੀ 2-3 ਮਹੀਨੇ ਦਾ ਲਾਸ ਤਾਂ ਬਹੁਤ ਵੱਡਾ ਪ੍ਰੋਬਲਮ ਹੈਗੀ ਹੈ। ਉਸ ਤੋਂ ਬਾਅਦ ਲੇਬਰ ਦੀ, ਉਸ ਤੋਂ ਬਾਅਦ ਅੱਗੇ ਸਪਲਾਈ ਦੀ, ਉਸ ਤੋਂ ਬਾਅਦ ਰॉ ਮਟੀਰੀਅਲ ਦੇ ਆਉਣ ਦੀ। ਨਾਲ ਲਿਖੀਏ ਜਿਹੜੇ ਪਲਾਂਟ ਹੈਗੇ ਨੇ, ਜਿਹੜੇ ਜੈਨਸੈਟ ਤੇ ਚੱਲ ਰਹੇ ਨੇ, ਉਹਨਾਂ ਦੀ ਕਾਸਟ ਦੇਖੋ ਕਿੱਥੇ ਪਹੁੰਚ ਗਈ। ਮਤਲਬ ਹਰ ਤਰ੍ਹਾਂ ਹਰ ਪਾਸਿਓਂ ਇੰਨੀ ਕੋ ਮਾਰ ਪੈ ਰਹੀ ਹੈ। ਇਹ ਤਾਂ ਇਨਫੈਕਟ ਮੈਂ ਰਿਕੁਐਸਟ ਕਰਾਂਗਾ ਸੈਂਟਰ ਗਵਰਨਮੈਂਟ ਨੂੰ ਵੀ ਤੇ ਆਪਣੇ ਸਟੇਟ ਗਵਰਨਮੈਂਟ ਨੂੰ ਵੀ ਕਿ ਇਹ ਤਾਂ ਜਿਵੇਂ ਪੰਜਾਬ ਹਮੇਸ਼ਾ ਅੱਗੇ ਵੜ ਕੇ ਆਉਂਦਾ ਹੈ, ਕੋਈ ਨਾ ਕੋਈ ਐਗਜ਼ਾਮਪਲ ਸੈੱਟ ਕਰਦਾ ਹੈ, ਆਪਾਂ ਕਿਸੇ ਤਰ੍ਹਾਂ ਇੰਡਸਟਰੀ ਨੂੰ ਬਚਾਉਣ ਵਾਸਤੇ ਜਾਂ ਸਪੋਰਟ ਕਰਨ ਵਾਸਤੇ ਹੋਰ ਕੁਝ ਨਹੀਂ, ਆਪਾਂ ਇਸ ਚੀਜ਼ ਤੇ ਇਮੀਡੀਏਟ ਐਕਸ਼ਨ ਲੈ। ਬਿਕੋਜ਼ ਠੀਕ ਹੈ, ਡਿਮਾਂਡ ਇੱਕ ਐਸੀ ਚੀਜ਼ ਹੈ ਜਿਹੜੀ ਇੱਕਦਮ ਸਾਰੀ ਨਹੀਂ ਖੁੱਲ ਸਕਦੀ, ਬਿਕੋਜ਼ ਉਹ ਇੱਕ ਸਪਲਾਈ ਚੇਨ ਹੈ
ਜਿਹਨੂੰ ਸਾਰੇ ਨੂੰ ਖੋਲਣਾ, ਬਾਕੀ ਸਟੇਟਾਂ ਦਾ ਹੱਥ ਰੋਲ ਵੀ ਉਹਦੇ ਚ ਇੰਪੋਰਟੈਂਟ ਹੈਗਾ, ਬਟ ਇਸ ਚੀਜ਼ ਨੂੰ ਕੰਟਰੋਲ ਕਰਨਾ ਇਸ ਟਾਈਮ ਇੰਨਾ ਕੁ ਜ਼ਿਆਦਾ ਜ਼ਰੂਰੀ ਹੈ। ਨਹੀਂ ਤਾਂ ਜੇ ਚੱਲਦਾ ਰਿਹਾ ਕਿ ਇੰਚ ਹੋਰ 15-20 ਦਿਨ ਰੇਟ ਵੱਧਦੇ ਗਏ ਤੇ ਮੈਨੂੰ ਤਾਂ ਲੱਗਦਾ ਕਿ ਸਾਰੇ ਜਿਹੜੀ ਇਹ ਲੋਕਡਾਊਨ ਸਰਕਾਰ ਨੂੰ ਲਗਾਉਣ ਦੀ ਲੋੜ ਨਹੀਂ ਰਹਿਣੀ, ਸ਼ਾਇਦ ਇੰਡਸਟਰੀ ਨੂੰ ਆਪ ਹੀ ਲੋਕਡਾਊਨ ਲੱਗ ਜਾਏ। ਓਕੇ ਇਹ ਬੜੀ ਇੰਪੋਰਟੈਂਟ ਚੀਜ਼ ਹੈਗੀ ਹੈ ਜਿਹੜੀ ਤੁਸੀਂ ਦੱਸੀ ਹੈ। ਟਰਾਂਸਪੋਰਟੇਸ਼ਨ ਦਾ ਤੁਸੀਂ ਜ਼ਿਕਰ ਕੀਤਾ, ਟਰਾਂਸਪੋਰਟੇਸ਼ਨ ਦਾ ਅਸੀਂ ਸੰਜੀਵ ਦੀਵਾਨ ਹੋਣਾ ਤੋਂ ਪੁੱਛ ਲੈਨੇ। ਸੰਜੀਵ ਜੀ, ਟਰਾਂਸਪੋਰਟਰਾਂ ਦੀ ਕੀ ਸਿਚੁਏਸ਼ਨ ਹੈਗੀ ਹੈ? ਕਿਉਂਕਿ ਜਿਹੜੀਆਂ ਰੋਜ਼ ਦੀਆਂ ਵਰਤੋਂ ਦੀਆਂ ਚੀਜ਼ਾਂ ਹੈਗੀਆਂ ਉਹ ਹਰ ਚੀਜ਼ ਨਿਰਭਰ ਕਰਦੀ ਹੈ ਟਰਾਂਸਪੋਰਟੇਸ਼ਨ ਤੇ। ਤੁਸੀਂ ਲੋਕਾਂ ਨੇ ਇੱਕ ਤੋਂ ਦੂਸਰੀ ਜਗ੍ਹਾ ਤੇ ਉਹ ਚੀਜ਼ ਪਹੁੰਚਾਣੀ ਹੈਗੀ ਹੈ, ਔਰ ਉਹਦੇ ਨਾਲ ਹਰ ਘਰ ਦੇ ਵਿੱਚ ਮਹਿੰਗਾਈ ਪਹੁੰਚਦੀ ਹੈ ਜਦੋਂ ਕਿਸੇ ਚੀਜ਼ ਦੀ ਟਰਾਂਸਪੋਰਟੇਸ਼ਨ ਮਹਿੰਗੀ ਹੋ ਜਾਂਦੀ ਹੈ। ਅੱਜ ਦੀ ਮੌਜੂਦਾ ਸਥਿਤੀ ਕੀ ਹੈਗੀ ਹੈ? ਕਿਹੜੀਆਂ ਚੀਜ਼ਾਂ ਦੇ ਉੱਤੇ, ਅਗਰ ਤੁਸੀਂ ਜਿਹੜੇ ਲੋਕ ਬਰੀਕੀ ਦੇ ਨਾਲ ਸਮਝਣਾ ਚਾਹਣ, ਕਿਹੜੀਆਂ ਚੀਜ਼ਾਂ ਦੇ ਉੱਤੇ ਮਹਿੰਗੀ ਟਰਾਂਸਪੋਰਟੇਸ਼ਨ ਦਾ ਅਸਰ ਪੈ ਰਿਹਾ ਹੈ, ਔਰ ਟਰਾਂਸਪੋਰਟਰਸ ਦੀ ਆਪਦੀ ਕੀ ਚੁਣੌਤੀ ਹੈਗੀ? ਜੀ ਅੱਜ ਅਸੀਂ ਮੇਰੇ ਹਿਸਾਬ ਨਾਲ ਬੜਾ ਦਿਨ ਮੇਰੇ ਹਿਸਾਬ ਨਾਲ ਤਾਂ ਮਨਹੂਸ ਹੈ ਕਿ ਅੱਜ ਤੱਕ ਆਪਾਂ ਇਹ ਚੀਜ਼ ਨਹੀਂ ਸੀ ਦੇਖੀ ਕਿ ਜਿਹੜਾ ਡਿਫਰੈਂਸ ਪੈਟਰੋਲ ਔਰ ਡੀਜ਼ਲ ਦਾ ਹੁੰਦਾ ਸੀ, ਅੱਜ ਜਿਹੜੀਆਂ ਖਬਰਾਂ 'ਚ ਦੇਖਣ 'ਚ ਆ ਰਿਹਾ ਕਿ ਅੱਜ ਪੈਟਰੋਲ ਨੂੰ ਛੱਡ ਕੇ ਡੀਜ਼ਲ ਦੇ ਰੇਟ ਵੱਧ ਗਏ। ਪੈਟਰੋਲ ਸਸਤਾ ਤੇ ਅੱਜ ਡੀਜ਼ਲ ਮਹਿੰਗਾ, ਕੁਛ ਪੈਸੇ ਕਿਤੇ ਕਿਤੇ ਵਧੇ। ਤੇ ਕੱਚੇ ਤੇਲ ਦੀ ਮੈਂ ਉਹੀ ਗੱਲ ਕਰ ਰਿਹਾ ਵੀ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਜੀ ਟਰਾਂਸਪੋਰਟੇਸ਼ਨ ਹੈ ਜੋ ਉਹ ਰੀੜ ਦੀ ਹੱਡੀ ਹੈ ਅਰਥ ਵਿਵਸਥਾ ਦੀ, ਤੇ ਐਸੈਂਸ਼ੀਅਲ ਗੁੱਡਸ ਮਤਲਬ ਸੂਈ ਤੋਂ ਲੈ ਕੇ ਸਲਾਈ ਤੱਕ ਕਿਤੇ ਨਾ ਕਿਤੇ ਆਲ ਓਵਰ ਇੰਡੀਆ ਦੇ ਅੰਦਰ ਟਰਾਂਸਪੋਰਟ ਹੋਣਾ, ਚਾਹੇ ਉਹ 100 ਕਿਲੋਮੀਟਰ ਦੀ ਉਹਦੇ ਕਿਲੋਮੀਟਰ 'ਚ ਹੋਵੇ, ਚਾਹੇ ਉਹ 1000 ਕਿਲੋਮੀਟਰ 'ਚ ਹੋਵੇ। ਉਸਦਾ ਜਦੋਂ ਪੈਟਰੋਲ ਵੱਧਦਾ, ਸਰ ਪੈਟਰੋਲ ਦੇ ਵਿੱਚ ਕੀ ਹੈ ਕਿ ਸਾਨੂੰ ਆਮ ਲੋਕ ਜਿਹੜੇ ਆਮ ਸਾਡੇ ਟੈਂਡਰ ਹੈਗੇ, ਜਿਹੜੇ ਆਮ ਸਾਡੀਆਂ ਕੋਟੇਸ਼ਨਸ ਲੈ ਕੇ ਆਪਾਂ 3 ਮਹੀਨੇ ਕੁਆਟਰਲੀ, ਹਾਫ ਈਅਰਲੀ ਜਾਂ ਐਨੂਅਲੀ ਆਪਾਂ ਜਿਹੜੇ ਟੈਂਡਰ ਲਏ ਹੋਏ ਆ, ਉਹਨਾਂ 'ਚ ਇਹ ਰੇਟ ਜਦੋਂ ਇਨਕਰੀਜ਼ ਹੁੰਦੇ 50 ਪੈਸਾ ਮੈਟਰ ਨਹੀਂ ਕਰਦਾ, 70 ਪੈਸੇ ਮੈਟਰ ਨਹੀਂ ਕਰਦੇ, ਬਟ ਜਦੋਂ ਅਸੀਂ 4000 ਲੀਟਰ ਡੀਜ਼ਲ ਪਾਉਣਾ ਨਾ ਤਾਂ ਉਸ 'ਚ ਉਹਦੀ ਜਾ ਕੇ ਇੱਕ ਪਰ ਟ੍ਰਿਪ ਦੇ ਵਿੱਚ ਕੈਲਕੂਲੇਸ਼ਨ ਆ ਜਿਹਦੇ ਵਿੱਚ ਥੋੜਾ ਸਰਕਾ ਕੇ ਮੈਨੂੰ ਤਾਂ ਇਹ ਲੱਗਦਾ ਵੀ ਸਰਕਾਰ ਨੇ ਜੂਨ ਦੇ ਅੰਦਰ ਜਿਹੜਾ ਅਨਲੌਕ 1 ਕੀਤਾ, ਇਹ 'ਚ ਡੀਜ਼ਲ ਪੈਟਰੋਲ ਵੀ ਅਨਲੌਕ 1 ਕਰਤਾ। ਸਾਨੂੰ ਖੁਦ ਨਹੀਂ ਪਤਾ ਕਿ ਸਵੇਰੇ ਅੱਜ ਅਸੀਂ ਗੱਡੀ ਭਰਨ ਭੇਜ ਰਹੇ ਹਾਂ, ਸਵੇਰੇ ਸਾਡੀ ਉਸ ਪਾਸੋਂ ਕਾਸਟ ਕੀ ਪੈਣੀ ਹੈ, ਸਵੇਰੇ ਰੇਟ ਡੀਜ਼ਲ ਦੇ ਕੀ ਹੋਣ। ਪਹਿਲਾਂ ਤਾਂ ਟਰਾਂਸਪੋਰਟਰ ਨੂੰ ਮੂੰਹ ਮੰਗੇ ਰੇਟ ਨਹੀਂ ਮਿਲਦੇ ਸਰ, ਜਿਵੇਂ ਕਰਨ ਜੀ ਨੇ ਕਿਹਾ ਕਿ ਜੀ ਸਾਡੇ ਰੇਟ ਵੱਧ ਗਏ ਆ, ਉਹਨਾਂ 'ਚ ਕੁਝ ਚੀਜ਼ਾਂ ਦੇ ਰੇਟ ਵਧੇ, ਕੁਝ ਇੰਨੀ ਕੁ ਮਾਈਨਰ ਚੀਜ਼ ਵਾਸਤੇ ਕਈ ਵਾਰ ਸਾਨੂੰ ਪਾਰਟੀਆਂ ਰੇਟ ਨਹੀਂ ਦਿੰਦੀਆਂ। ਮੈਂ ਤੁਹਾਨੂੰ ਇੱਕ ਜਿਹੜੀ ਆਮ ਬੰਦੇ ਦੀ ਗੱਲ ਕਹਿ ਰਿਹਾ ਵੀ ਜੀ ਘਰ ਦੀ ਹਰ ਚੀਜ਼ ਤੱਕ, ਰਸੋਈ ਤੱਕ, 3 ਟਾਈਮ ਦੇ ਖਾਣੇ ਤੱਕ, ਕਿਉਂਕਿ ਅਸੀਂ ਲੇਮਨ ਲੈਂਗੁਏਜ 'ਚ ਸਮਝਾ ਪਾਈਏ ਲੋਕਾਂ ਨੂੰ। ਮੈਂ ਉਹੀ ਦੱਸ ਰਿਹਾ ਸਰ ਕਿ ਜਦੋਂ ਇੱਕ ਆਮ 3 ਟਾਈਮ ਦਾ ਇੱਕ ਗਰੀਬ ਦੇ ਘਰ ਜਾਂ ਇੱਕ ਆਮ ਲੇਮੈਨ ਦੇ ਘਰ ਤੜਕਾ ਲੱਗਦਾ, ਉਹਦੇ 'ਚ ਮਹਿੰਗਾਈ ਕਿੰਨਾ ਅਸਰ ਕਰਦੀ ਹੈ। ਆਪਣਾ ਪਿਆਜ਼ ਤੇ ਟਮਾਟਰ ਨਾਸਿਕ ਤੋਂ ਆਉਂਦਾ, ਮੰਨ ਲਓ ਇੱਕ ਗੱਡੀ 40,000 ਦੀ ਆਈ ਹੈ, ਉਸ ਤੋਂ ਬਾਅਦ ਉਹਦਾ ਫਰੇਟ ਵੱਧ ਕੇ ਮਹਿੰਗਾਈ ਡੀਜ਼ਲ ਦੇ ਹਿਸਾਬ ਨਾਲ 45,000 ਰੁਪਏ ਹੋ ਗਿਆ। ਉਹਦੀ ਲੈਂਡਿੰਗ ਕਾਸਟ ਜਦੋਂ ਆੜਤੀ ਕੋਲ ਆਏਗਾ, ਆੜਤੀ ਦਾ ਆਪਣਾ ਮਾਰਜਨ ਫਿਕਸ ਹੈ, ਕੰਪਨੀਆਂ ਕੋਲ, ਸਰਕਾਰਾਂ ਕੋਲ ਆਪਣੇ ਐਕਸਾਈਜ਼ ਡਿਊਟੀ, GST ਸਭ ਕੁਝ ਫਿਕਸ ਹੈ। ਉਹਦੀ ਜਦੋਂ ਲੈਂਡਿੰਗ ਕਾਸਟ ਵਧੇਗੀ, ਲੇਬਰ ਕਾਸਟ ਸਾਰੀ ਸੇਮ ਰਹੇਗੀ, ਤੇ ਉਹ ਜਦੋਂ ਫਰੇਟ ਵਧੇਗਾ ਤਾਂ ਉਹ ਪਰ ਕੁਇੰਟਲ ਤੇ ਰੇੜੀ ਤੇ ਜਾ ਕੇ ਸਾਨੂੰ ਪਰ ਕਿਲੋ ਦੇ ਹਿਸਾਬ ਨਾਲ ਰੇਟ ਇਨਕਰੀਜ਼ ਹੋਏਗਾ, ਜਿਹੜੇ ਕਿ ਉਹ ਪਰਚੇਜ਼ਰ ਨੂੰ ਸਿੱਧਾ ਫਰਕ ਪੈਂਦਾ ਉਹਦੇ 'ਚ। ਅਸੀਂ ਬਾਰ-ਬਾਰ ਇਹ 2016 ਦੇ ਵਿੱਚ ਵੀ ਸਟ੍ਰਾਈਕ ਕਰਕੇ ਇਹੀ ਡਿਮਾਂਡ ਕੀਤੀ ਸੀ ਕਿ ਪੈਟਰੋਲ ਤੇ ਡੀਜ਼ਲ ਨੂੰ GST ਦੇ ਦਾਇਰੇ 'ਚ ਲੈ ਕੇ ਆਓ। ਜਦੋਂ ਹਰ ਚੀਜ਼ ਤੁਸੀਂ ਦਾਇਰੇ 'ਚ ਲੈ ਕੇ ਆਈ ਉਹ ਤਾਂ ਕਿਤੇ ਨਾ ਕਿਤੇ ਕੰਟਰੋਲ ਸਿੱਧਾ ਸਰਕਾਰ ਦਾ ਹੋਵੇ। ਜਿਵੇਂ ਹੁਣ ਅਨਿਲ ਸ਼ਰਮਾ ਜੀ ਨੇ ਦੱਸਿਆ ਕਿ ਉਹ GST ਕੌਂਸਲ 'ਚ ਜਾਣਾ ਨਹੀਂ, ਮਨਮਰਜ਼ੀ ਦੇ ਰੇਟ ਵਧਣਗੇ ਤੇ ਉਹਦੇ 'ਚ ਕੰਜ਼ੰਪਸ਼ਨ ਮੈਕਸਿਮਮ ਜਿਹੜਾ ਸਾਡਾ 70% ਜਿਹੜੀ ਸਾਡਾ ਐਕਸਪੈਂਡੀਚਰ ਹੈ ਕਿਸੇ ਗੱਡੀ ਨੂੰ ਰਨ ਕਰਨ ਵਾਸਤੇ, ਉਸ ਤੋਂ ਬਾਅਦ ਸਾਡੇ ਪੈਟਰੋਲ ਦੇ, ਡੀਜ਼ਲ ਦੇ, ਲੇਬਰ ਦੇ ਖਰਚੇ, ਡਰਾਈਵਰ ਦੇ ਖਰਚੇ, ਪਰਮਿਟ, ਇੰਸ਼ੋਰੈਂਸ, 70% ਦਾ ਮੇਜਰ ਜਿਹੜਾ ਰਿਸਕ ਹੈਗਾ, ਮੇਜਰ ਜਿਹੜਾ ਐਕਸਪੈਂਡੀਚਰ ਹੈ ਉਹ ਸਾਡਾ ਡੀਜ਼ਲ ਹੈ। ਉਹਦੇ ਰੇਟ ਬਾਰ-ਬਾਰ ਵਧਣਗੇ, ਤੁਸੀਂ ਇਹ ਦੱਸੋਗੇ ਵੀ ਟਰਾਂਸਪੋਰਟਰ ਕਿੱਥੇ ਜਾਏਗਾ, ਕਿਸਾਨੀ ਕਿੱਥੇ ਜਾਏਗੀ। ਜੇ ਤੁਸੀਂ ਆਮ ਆਦਮੀ ਨੂੰ ਕਹਿੰਦੇ ਕਿ ਤੁਸੀਂ ਆਮ ਆਦਮੀ ਦੀ ਫੇਵਰ 'ਚ ਗੱਲ ਕਰਨੀ ਹੈ ਜਾਂ ਆਮ ਆਦਮੀ ਦੀ ਢਿੱਡ ਦੀ ਗੱਲ ਕਰਨੀ ਹੈ, ਇਸ ਲੋਕਡਾਊਨ ਦੇ ਅੰਦਰ, ਮਹਾਮਾਰੀ ਦੇ ਅੰਦਰ ਪਹਿਲਾਂ ਵੀ ਬਹੁਤ ਬੁਰਾ ਹਾਲ ਸੀ। ਅੱਜ ਗੱਡੀ ਦੇ ਵਾਸਤੇ ਲੋਡ ਨਹੀਂ ਹੈ ਪੰਜਾਬ ਤੋਂ ਬਾਹਰ ਜਾਣ ਵਾਸਤੇ, ਜੇ ਲੋਡ ਹੈ ਤਾਂ ਉੱਥੇ ਕਈ ਦਿਨ ਬਾਅਦ ਜਾ ਕੇ ਲੋਡ ਮਿਲਦਾ, ਤੇ ਉਹ ਰੇਟ ਸਾਨੂੰ ਇਸ ਤਰੀਕੇ ਨਹੀਂ ਮਿਲਦੇ ਜਿਸ ਤਰੀਕੇ ਦੇ ਰੇਟ ਇਨਕਰੀਜ਼ ਹੋ ਰਹੇ ਨੇ। ਜਿਹੜੀ ਮਹਾਮਾਰੀ ਦੀ ਮਾਰ ਤੋਂ ਬਾਅਦ ਸਾਨੂੰ ਡੀਜ਼ਲ ਦੀ ਜਿਹੜੀ ਮਹਾਮਾਰੀ ਹੈ ਉਹਦੀ ਮਾਰ ਪੈ ਰਹੀ ਹੈ ਸਾਡੀ ਇੰਡਸਟਰੀ। ਸ਼ਰਮਾ ਜੀ, ਜਿਹੜਾ ਜਦੋਂ ਕੌਮਾਂਤਰੀ ਪੱਧਰ ਤੇ ਤੇਲ ਦੀਆਂ ਕੀਮਤਾਂ ਘਟਦੀਆਂ ਨੇ, ਜੇ ਤੇਲ ਕੰਪਨੀਆਂ ਵਧਾਉਂਦੀਆਂ ਜਾ ਰਹੀਆਂ, ਪਿੱਛੇ ਸਰਕਾਰ ਦਾ, ਬਿਲਕੁਲ ਸਰਕਾਰ ਦਾ ਆਪਣਾ ਟੈਕਸ ਲਗਾ ਕੇ ਉਸ ਤੇ ਇਨਕਮ ਕਰ ਰਹੀ ਹੈ, ਤੇਲ ਕੰਪਨੀਆਂ ਦੀ ਵੀ ਫਿਰ ਇੱਕ ਇਹ ਹੋ ਗਿਆ, ਤੁਸੀਂ ਗੈਂਗ ਅਪ ਹੋ ਗਏ ਇੱਕ ਤਰੀਕੇ ਦੇ ਨਾਲ ਕਿ ਸਰਕਾਰ ਹੱਲਾਸ਼ੇਰੀ ਦੇ ਰਹੀ ਹੈ, ਤੁਸੀਂ ਵੀ ਚੱਕੀ ਚੱਲੋ ਕੰਮ ਨੂੰ। ਭਾਵੇਂ ਜਿਹਦੇ 'ਚ ਇੱਦਾਂ ਹੁੰਦਾ ਹੈ ਕਿ ਜੇ ਆਪਾਂ ਗੱਲ ਕਰੀਏ ਕਿ ਅੱਜ ਇੰਟਰਨੈਸ਼ਨਲ ਮਾਰਕੀਟ ਦੇ ਅੰਦਰ ਜੋ ਡੀਜ਼ਲ ਪੈਟਰੋਲ ਦਾ ਰੇਟ ਹੈ 20 ਰੁਪਏ ਪਰ ਲੀਟਰ ਦਾ ਰੇਟ ਹੈ ਕਰੂਡ ਆਇਲ ਦਾ, ਤੇ
ਕਰੂਡ ਆਇਲ ਦਾ ਜਿਹੜਾ ਅੱਜ ਦਾ ਰੇਟ ਆਪਾਂ ਕਹਿ ਸਕਦੇ ਹਾਂ ਕਿ 20 ਰੁਪਏ ਲੀਟਰ ਹੈਗਾ, ਤੇ 20 ਰੁਪਏ ਲੀਟਰ ਦਾ ਪੈਟਰੋਲ ਜਾਂ ਕਰੂਡ ਆਇਲ ਜਦੋਂ ਇੰਡੀਆ ਗਵਰਨਮੈਂਟ ਜਾਂ ਇੰਡੀਆ ਕੰਪਨੀ ਇੰਪੋਰਟ ਕਰਦੀ ਹੈ ਇੰਡੀਆ ਦੇ ਅੰਦਰ, ਤਾਂ ਉਹਦੇ ਉੱਤੇ ਪਹਿਲਾਂ ਕਸਟਮ ਡਿਊਟੀ ਪੇ ਕਰਨੀ ਪੈਂਦੀ ਹੈ। ਕਸਟਮ ਡਿਊਟੀ ਪੇ ਹੋਣ ਤੋਂ ਬਾਅਦ ਉਹਦੇ ਉੱਤੇ ਐਕਸਾਈਜ਼ ਡਿਊਟੀ ਲੱਗਦੀ ਹੈ, ਤੇ ਕੰਪਨੀ ਕੋਲ ਤਾਂ ਬਾਅਦ ਵਿੱਚ ਪਹੁੰਚੂਗਾ, ਪਹਿਲਾਂ ਸਰਕਾਰ ਹੀ ਆਪਣਾ ਟੈਕਸ ਵਧਾ ਦਿੰਦੀ ਹੈ। ਤੇ ਸਰਕਾਰ ਜੇ 20 ਰੁਪਏ, ਹੁਣ ਦੇਖੋ 20 ਰੁਪਏ ਦਾ ਰੇਟ ਜਿਹੜਾ ਚੱਲ ਰਿਹਾ ਅੱਜ ਦੀ ਡੇਟ 'ਚ, ਉਹਦੇ ਉੱਤੇ ਮੋਟਾ 48 ਰੁਪਏ 49 ਰੁਪਏ ਦਾ ਟੈਕਸ ਹੈ। ਤੇ ਯਾਨੀ ਕਿ ਕੰਪਨੀ ਜਿਹੜੀ ਵੇਚ ਰਹੀ ਹੈ ਜਾਂ ਇੰਪੋਰਟ ਕਰ ਰਹੀ ਹੈ, ਉਹਨੂੰ ਇੰਨਾ ਪ੍ਰੋਫਿਟ ਚਾਹੇ ਨਾ ਵੀ ਹੁੰਦਾ ਵਾ, ਕਿ ਸਰਕਾਰ ਨੇ 20 ਰੁਪਏ ਦੇ ਉੱਤੇ 50 ਰੁਪਏ ਟੈਕਸ ਲਗਾਤਾ ਆਪਣਾ, ਤੇ 70 ਰੁਪਏ ਰੇਟ ਤੇ ਪਹਿਲਾਂ ਹੀ ਪਹੁੰਚ ਗਿਆ। ਫਿਰ ਉਹਦੇ ਚ ਅੱਗੇ ਕੰਪਨੀ ਦਾ ਆਪਣਾ ਮਾਰਜਨ ਹੈ, ਫਿਰ ਡੀਲਰ ਜਿਹੜਾ ਪੈਟਰੋਲ ਪੰਪ ਵਾਲਾ ਹੈ ਉਹਦਾ ਆਪਣਾ ਮਾਰਜਨ ਹੈ, ਉਹਦੀ ਲੋਕਲ ਟਰਾਂਸਪੋਰਟੇਸ਼ਨ ਜਿਹੜੀ ਹੈਗੀ ਹੈ ਉਹ ਨਾਲ ਪੈਂਦੀ ਹੈ। ਉਹ ਕਰਾ ਕੇ ਹੁਣ ਸਾਡੇ ਕੋਲ ਜਿਹੜਾ 20 ਰੁਪਏ ਦਾ ਪੈਟਰੋਲ ਆਪਾਂ ਇੰਡੀਆ 'ਚ ਇੰਪੋਰਟ ਕੀਤਾ, ਉਹ ਕਸਟਮਰ ਨੂੰ ਆ ਕੇ 79 ਰੁਪਏ 80 ਰੁਪਏ, ਕਿਤੇ ਕੁਝ ਸ਼ਹਿਰਾਂ ਵਿੱਚ 86 ਰੁਪਏ ਤੱਕ ਚਲਾ ਗਿਆ ਇੰਡੀਆ ਦੇ ਅੰਦਰ। ਯਾਨੀ ਕਿ 70% ਦੇ ਆਸ-ਪਾਸ ਦਾ ਟੈਕਸ ਜਿਹੜਾ ਹੈ ਇਸ ਟਾਈਮ ਪੈਟਰੋਲ ਦੇ ਉੱਤੇ ਇੰਡੀਆ ਦੇ ਅੰਦਰ ਹੈਗਾ। ਪੈਟਰੋਲ ਡੀਜ਼ਲ ਦੇ ਉੱਤੇ 70% ਇੰਟਰਸਟ ਹੈ, ਜਿਹੜਾ ਕਿ ਵਰਲਡ ਵਿੱਚ ਹਾਈਐਸਟ ਹੋ ਗਿਆ। ਜੇ ਆਪਾਂ ਮਤਲਬ ਕਿ ਯੂਰਪ 'ਚ ਗੱਲ ਕਰੀਏ ਤਾਂ ਫਰਾਂਸ ਵਿੱਚ 63% ਟੈਕਸ ਹੈ ਡੀਜ਼ਲ ਪੈਟਰੋਲ ਦੇ ਅੰਦਰ, ਇਟਲੀ ਦੇ ਅੰਦਰ 64% ਹੈ, ਤੇ ਇੰਡੀਆ ਦੇ ਅੰਦਰ 70% ਹੈ ਜੀ। ਤੇ ਇਹ ਹਾਲਤ ਅਗਰ ਹੈ ਤੇ ਜਿਹੜੀ ਇੰਡਸਟਰੀ ਕੋਵਿਡ ਤੋਂ ਹਜੇ ਬਾਹਰ ਨਹੀਂ ਉੱਠੀ, ਜਿਹਦੀ ਲੇਬਰ ਦੀ ਪ੍ਰੋਬਲਮ ਹੈ, ਰਾ ਮਟੀਰੀਅਲ। ਸ਼ਰਮਾ ਜੀ, ਅਨਿਲ ਸ਼ਰਮਾ ਜੀ, ਮੈਂ ਤੁਹਾਡੇ ਤੋਂ ਇੱਕ ਹੋਰ ਚੀਜ਼ ਸਮਝਣਾ ਚਾਹੁੰਦਾ। ਤੁਸੀਂ ਇਹ ਜਿਹੜਾ ਗੱਲ ਦੱਸੀ 70% ਟੈਕਸ, ਜਿਸ ਸਮੇਂ ਜਦੋਂ ਪੈਟਰੋਲ ਦੀਆਂ ਕਰੂਡ ਆਇਲ ਦੀਆਂ ਕੀਮਤਾਂ ਤੈਅ ਹੁੰਦੀਆਂ ਨੇ, ਉਹ ਡਾਲਰ ਦੇ ਹਿਸਾਬ ਨਾਲ ਹੁੰਦੀਆਂ, ਪਰ ਬੈਰਲ ਕਿੰਨੇ ਡਾਲਰ ਦੇ ਹਿਸਾਬ ਨਾਲ ਉਹ ਤੈਅ ਹੁੰਦੀਆਂ ਨੇ। ਪਰ ਜਦੋਂ ਆਮ ਤੌਰ ਤੇ ਮੋਟੀ ਸਮਝ ਹੈਗੀ ਹੈ ਕਿ ਡਾਲਰ ਦੀ ਕੀਮਤ ਇੰਟਰਨੈਸ਼ਨਲ ਲੈਵਲ ਤੇ ਘਟ ਰਹੀ ਹੈ, ਔਰ ਉਹਦੇ ਨਾਲ ਰੁਪਏ ਦੀ ਕੀਮਤ ਵੀ ਡਾਲਰ ਦੇ ਮੁਕਾਬਲੇ ਘਟਦੀ ਜਾ ਰਹੀ ਹੈ। ਇਹ ਇੱਕ ਕਾਰਨ ਹੈਗਾ, ਆਮ ਤੌਰ ਤੇ ਤਰਕ ਦਿੱਤਾ ਜਾਂਦਾ ਕਿ ਇਹ ਇੱਕ ਕਾਰਨ ਹੈਗਾ ਕਿਉਂਕਿ ਡਾਲਰ ਦੀ ਕੀਮਤ ਘਟਣ ਦੇ ਨਾਲ ਵੀ ਪਰ ਬੈਰਲ ਦੇ ਹਿਸਾਬ ਨਾਲ ਵੀ ਤੇਲ ਦੀ ਕੀਮਤ ਨਹੀਂ ਘਟ ਰਹੀ, ਕਿਉਂਕਿ ਰੁਪਈਆ ਵੀ ਡਾਲਰ ਦੇ ਮੁਕਾਬਲੇ ਕਮਜ਼ੋਰ ਹੁੰਦਾ ਜਾ ਰਿਹਾ ਹੈਗਾ। ਕਿਆ ਇਹ ਰੀਜ਼ਨ ਹੈਗਾ ਜਾਂ ਇਸ ਤੋਂ ਇਲਾਵਾ ਹੋਰ ਵੀ ਕੋਈ ਰੀਜ਼ਨ ਹੈਗੇ? ਕਾਮਿਲ ਜੀ, ਮੈਂ ਤੁਹਾਨੂੰ ਇੱਕ ਬੜੀ ਕਲੀਅਰ ਗੱਲ ਕਰਦਾ ਕਿ ਅੱਜ ਜੇ ਹੁਣ ਤੁਸੀਂ ਇਸੇ ਟਾਈਮ ਡਾਲਰ ਦਾ ਰੇਟ ਦੇਖੋ ਤਾਂ ਕੋਈ ਇਸ ਟਾਈਮ 75 ਰੁਪਏ 76 ਪੈਸੇ ਦਾ ਡਾਲਰ ਚੱਲ ਰਿਹਾ ਹੈ, ਤੇ ਜੇ ਡਾਲਰ ਦਾ ਰੇਟ ਵਧੇਗਾ ਤਾਂ ਤੇਲ ਦਾ ਰੇਟ ਤਾਂ ਵਧੇਗਾ, ਇਹ 'ਚ ਕੋਈ ਡਾਊਟ ਨਹੀਂ ਹੈ। ਲੇਕਿਨ ਸਾਡੇ ਇੱਥੇ ਕੀ ਹੋ ਰਿਹਾ ਕਿ ਡਾਲਰ ਦਾ ਰੇਟ ਜੇ ਘਟਦਾ ਵੀ ਹੈ ਤਾਂ ਵੀ ਡੀਜ਼ਲ ਪੈਟਰੋਲ ਦਾ ਰੇਟ ਵੱਧ ਜਾਂਦਾ, ਕਿਉਂਕਿ ਜਿੰਨਾ ਕੁ ਉੱਥੇ ਪ੍ਰਾਈਸ ਦਾ ਬੈਨੀਫਿਟ ਹੁੰਦਾ ਉਨਾ ਹੀ ਗਵਰਨਮੈਂਟ ਇੱਥੇ ਟੈਕਸ ਜਮ੍ਹਾਂ ਐਡ ਕਰ ਦਿੰਦੀ ਹੈ। ਪਰ ਇਹਦੇ ਵਿੱਚ ਪਰ ਅਨਿਲ ਜੀ, ਇਹਦੇ ਵਿੱਚ ਇਹ ਵੀ ਇੱਕ ਤਰਕ ਹੈਗਾ ਸੀਗਾ ਕਿ ਜਿਹੜਾ ਲਾਕਡਾਊਨ ਦਾ 2 ਮਹੀਨੇ ਦਾ ਪੀਰੀਅਡ ਰਿਹਾ, ਉਸ ਦੇ ਵਿੱਚ ਕਰੂਡ ਆਇਲ ਦੀ ਸਟੋਰੇਜ ਜਿਹੜੀ ਹੈਗੀ ਉਹ ਬਹੁਤ ਜ਼ਿਆਦਾ ਹੋਈ ਹੈ, ਕਿਉਂਕਿ ਉਹਦੀ ਖਪਤ ਘਟ ਗਈ ਸੀ। ਉਸ ਸਮੇਂ ਦੇ ਵਿੱਚ ਕੁਝ ਰਿਪੋਰਟਸ ਆਈਆਂ ਸੀਗੀਆਂ ਕਿ ਦੇਸ਼ ਦੇ ਵਿੱਚ 35% 35% ਜਿਹੜੀ ਹੈਗੀ ਹੈ ਤੇਲ ਦੀ ਖਪਤ ਘਟੀ ਸੀ, ਇਸੇ ਲਈ ਉਹਦੇ ਰੇਟ ਮਾਈਨਸ 'ਚ ਚਲੇ ਗਏ ਸੀ, ਕਿਉਂਕਿ ਸਟੋਰੇਜ ਕਰਨੀ ਔਖੀ ਹੋ ਗਈ ਸੀ, ਔਰ ਉਹਦੀ ਵਜ੍ਹਾ ਦੇ ਨਾਲ ਉਹ ਕੀਮਤਾਂ ਮਾਈਨਸ ਦੇ ਵਿੱਚ ਗਈਆਂ। ਤੇ ਹੁਣ ਇਹਦਾ ਫਿਰ ਕਾਰਨ ਕੀ ਹੈਗਾ? ਪਾਮਿਲ ਜੀ, ਉਹਦੇ ਵਿੱਚ ਗਵਰਨਮੈਂਟ ਨੇ ਕੀ ਕੀਤਾ ਕਿ ਗਵਰਨਮੈਂਟ ਨੇ ਦੇਖਿਆ ਕਿ ਜਦ ਇੰਟਰਨੈਸ਼ਨਲ ਲੈਵਲ ਤੇ ਪ੍ਰਾਈਸਿਸ ਡਾਊਨ ਆ ਰਹੇ ਹਨ, ਤਾਂ ਗਵਰਨਮੈਂਟ ਨੇ ਮੈਂ ਉਹ ਕਹੂੰਗਾ ਕਿ ਗੋਲਡਨ ਅਪਰਚੁਨਿਟੀ ਲੈ ਕੇ ਕਿ ਗਵਰਨਮੈਂਟ ਕੋਲ ਜਿੰਨੀ ਸਟੋਰੇਜ ਕੈਪੈਸਿਟੀ ਸੀ, ਗਵਰਨਮੈਂਟ ਨੇ ਉਹ ਕੈਪੈਸਿਟੀ ਫੁੱਲ ਯੂਟਿਲਾਈਜ਼ ਕਰ ਲਈ, ਤਾਂ ਕਿ ਫਿਊਚਰ 'ਚ ਉਹਦਾ ਕੋਈ ਬੈਨੀਫਿਟ ਹੋ ਸਕੇ। ਲੇਕਿਨ ਆਪਾਂ ਸੋਚਦੇ ਰਹੇ ਸ਼ਾਇਦ ਕਿ ਉਹ ਬੈਨੀਫਿਟ ਕਸਟਮਰ ਵਾਸਤੇ ਹੋਏਗਾ। ਗਵਰਨਮੈਂਟ ਨੇ ਬੈਨੀਫਿਟ ਕਸਟਮਰ ਨੂੰ ਨਹੀਂ ਦਿੱਤਾ, ਉਹ ਬੈਨੀਫਿਟ ਗਵਰਨਮੈਂਟ ਨੇ ਆਪਣੀ ਕਿੱਟੀ ਨੂੰ, ਆਪਣੇ ਫੰਡਸ ਨੂੰ ਕ੍ਰੀਏਟ ਕਰਨ ਵਾਸਤੇ ਕੀਤਾ। ਇਸ ਕਰਕੇ ਜਿਹੜਾ ਮਾਰਚ ਤੋਂ ਬਾਅਦ ਹੁਣ ਤੱਕ ਦੇ ਰੇਟ ਇਨਕਰੀਜ਼ ਹੋਏ ਆ ਡੀਜ਼ਲ ਪੈਟਰੋਲ ਦੇ ਅੰਦਰ, ਉਹਦੇ 'ਚ ਇੰਡੀਅਨ ਗਵਰਨਮੈਂਟ ਨੂੰ ਜ਼ਿਆਦਾ ਨਹੀਂ ਤੇ 2 ਲੱਖ ਕਰੋੜ ਰੁਪਏ ਦਾ ਐਡੀਸ਼ਨਲ ਰੈਵਨਿਊ ਹੋਏਗਾ। ਤੇ ਕਹਿਣ ਦਾ ਮਤਲਬ ਇਹ ਹੋ ਗਿਆ ਕਿ ਜੇ ਬਾਕੀ ਦੂਜੇ ਪਾਸੇ ਇਕਨੋਮਿਕ ਐਕਟੀਵਿਟੀ ਘਟੀਆਂ, ਜਿਹਦੇ 'ਚ ਕੰਜ਼ੰਪਸ਼ਨ ਨਹੀਂ ਹੋਈ ਜਾਂ ਪ੍ਰੋਡਕਸ਼ਨ ਨਹੀਂ ਹੋਈ, ਔਰ ਗਵਰਨਮੈਂਟ ਨੂੰ ਰੈਵਨਿਊ ਨਹੀਂ ਆਇਆ, ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ GST ਦੀ ਕਲੈਕਸ਼ਨ 70% ਰਿਡਿਊਸ ਹੋ ਗਈ, ਤਾਂ ਉਹਦੀ ਭਰਪਾਈ ਜਿਹੜੀ ਹੈ ਗਵਰਨਮੈਂਟ ਇਸ ਤਰੀਕੇ ਦੇ ਨਾਲ ਡੀਜ਼ਲ ਪੈਟਰੋਲ ਤੋਂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਗਰ ਇਸ ਤਰ੍ਹਾਂ ਹੀ ਰੇਟ ਵਧੇਗੇ, ਜਿਹੜੇ ਕਿ ਹੁਣ ਤੱਕ ਇਸ ਸਾਲ ਦੇ ਅੰਦਰ ਘੱਟੋ ਘੱਟ 7-8 ਵਾਰ ਰੇਟ ਵੱਧ ਚੁੱਕਾ ਹੈ। ਮਾਰਚ ਅਪ੍ਰੈਲ 'ਚ ਆਪਾਂ ਦੇਖਿਆ ਕਿ ਇੱਕੋ ਦਿਨ 'ਚ 10 ਰੁਪਏ ਔਰ 13 ਰੁਪਏ ਡੀਜ਼ਲ ਤੇ ਪੈਟਰੋਲ ਦਾ ਰੇਟ ਵੱਧ ਗਿਆ। ਤਾਂ ਕਹਿਣ ਦਾ ਮਤਲਬ ਹੈ ਕਿ ਗਵਰਨਮੈਂਟ ਇਹ ਕੋਸ਼ਿਸ਼ ਕਰ ਰਹੀ ਕਿ ਮੈਂ ਜਿੰਨਾ ਫੰਡ ਕਿਤੇ ਦੂਜੇ ਪਾਸੇ ਜਿੱਥੇ ਮੈਨੂੰ ਓਪਰਚੁਨਿਟੀ ਮਿਲ ਸਕਦੀ, ਜਿਹਦੇ 'ਚ ਕਿਸੇ ਦਾ ਕੋਈ ਡਿਸਪਿਊਟ ਨਹੀਂ ਹੈ, ਕਿਸੇ ਦਾ ਕੋਈ ਇੰਟਰਫੇਰੈਂਸ ਨਹੀਂ ਹੈ, ਉਸ ਕਰਕੇ ਸਟੇਟ ਆਪਣੇ ਲੈਵਲ ਤੇ ਲੱਗਿਆ ਹੋਇਆ ਹੈ ਤੇ ਸੈਂਟਰਲ ਗਵਰਨਮੈਂਟ ਆਪਣੇ ਲੈਵਲ ਤੇ ਲੱਗੀ ਹੋਈ ਹੈ, ਤੇ ਇੱਕ ਆਪਣਾ ਫੰਡ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਕੱਲ ਨੂੰ ਅਸੀਂ ਉਹਨੂੰ ਕਿਤੇ ਹੋਰ ਯੂਟਿਲਾਈਜ਼ ਕਰ ਸਕੀਏ। ਠੀਕ ਹੈ ਕਰਨ ਜੀ, ਜਿਹੜੀ ਪੰਜਾਬ ਦੀ ਇੰਡਸਟਰੀ ਹੈਗੀ ਹੈ, ਪੰਜਾਬ ਦੇ ਕਿਹੜੇ ਉਦਯੋਗਾਂ ਦੇ ਉੱਤੇ ਜ਼ਿਆਦਾ ਅਸਰ ਹੈਗਾ? ਵੱਡੇ ਉਦਯੋਗਾਂ ਤੇ ਜ਼ਿਆਦਾ ਅਸਰ ਹੈਗਾ ਜਾਂ MSMEs ਜਿਹੜੀਆਂ ਤਕਰੀਬਨ 2.5 ਲੱਖ ਹੈਗੀਆਂ ਨੇ ਪੰਜਾਬ ਦੇ ਉੱਤੇ, ਉਹਨਾਂ ਦੇ ਉੱਤੇ ਜ਼ਿਆਦਾ ਅਸਰ ਹੈਗਾ, ਜਾਂ ਕਿਸ ਕਿਸਮ ਦੀ ਇੰਡਸਟਰੀ ਤੇ ਹੈਗਾ? ਪੰਜਾਬ ਦੇ ਵਿੱਚ ਹੋਜ਼ਰੀ ਵੀ ਹੈ, ਸਟੀਲ ਦੀ ਇੰਡਸਟਰੀ ਵੀ ਹੈ, ਹੋਰ ਕਈ ਤਰ੍ਹਾਂ ਦੀ ਇੰਡਸਟਰੀ ਹੈ, ਇਹਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਤੁਸੀਂ ਐਨਾਲਾਈਜ਼ ਕਰਦੇ ਹੋ कि ਕਿਹੜੇ ਖੇਤਰ 'ਚ ਅਸਰ ਜ਼ਿਆਦਾ? भाटिया जी, इसमें तो अगर आप बोले ना, सिर्फ इंडस्ट्री को नहीं, ये तो बड़ी इंडस्ट्री, छोटी इंडस्ट्री, MSME, कस्टमर
मतलब कोई भी ऐसा मेरे ख्याल से चेन नहीं होगी जो इससे अफेक्टेड नहीं है। मैं ऑटोमोबाइल बिजनेस में भी हूँ, हम तो उसमें हमारी सेल भी डिपेंड करती है, हमारी कॉस्ट, लैंडिंग कॉस्ट भी डिपेंड करती है, वहाँ कंपनी की प्रोडक्शन भी डिपेंड करती है पेट्रोल डीजल की प्राइस पे। तो ये सारी चीजें इंटरलिंक्ड है। इसमें डिफाइन करना कि किस इंडस्ट्री को और किस सेगमेंट को कितना लॉस है या कितना उसकी कंट्रीब्यूशन होएगी, ये तो ओवरऑल आज की डेट में इंडस्ट्री हर चीज से लिंक्ड है और हर चीज पेट्रोल और डीजल से लिंक्ड है। अगर आप देखें कि जो अगर आपके अपने स्टूडियो में भी जितने लोग काम करते हैं, उनको भी आने के लिए, कम्यूट करने के लिए एक 2 व्हीलर या 4 व्हीलर यूज करना पड़ता है। और जिस तरह के संकट से सब निकल रहे हैं, तो हर किसी के घर के बजट सबके हिल गए हैं। तो उसके लिए भी आप ये देखेंगे कि आने वाले टाइम में हो सकता है कि वर्क फ्रॉम होम इसलिए करना पड़ जाए बिकॉज अफोर्डेबिलिटी का इशू बन जाए। तो प्रोडक्शन का तो इतना बड़ा इसमें और ट्रांसपोर्टेशन का इतना बड़ा इशू है कि अगर आप कभी जो इंडस्ट्री, हमारे पास तो रोज रिक्वेस्ट आती है, उनकी रिप्रेजेंटेशन आती है, अगर आप वो देखें, स्टैट्स देखें कि किस तरह उनके प्रोडक्शन कॉस्ट में इस चीज का इम्पैक्ट आ रहा है। जैसे अभी दीवान साहब ने बताया कि आपको पता ही नहीं है कि आपने जो प्रोडक्शन करनी है या आपने ट्रांसपोर्ट करनी है उसका क्या प्राइस आप लगा सकते हैं। उसी तरह आपने जब कस्टमर को कोट देना है, आप कोट देते हैं उसको कि आज की उसकी प्रोडक्शन कॉस्ट क्या है। कोई भी टेंडर है, कोई भी ऑर्डर आपसे एक दिन में, आप एक दिन का नहीं लेते, आप उसको चाहे 3 मंथ क्वार्टरली लेते हैं, 6 मंथली लेते हैं या 1 साल का ऑर्डर लेते हैं, उसकी प्रोडक्शन कॉस्ट आपको आज डिफाइन करनी है। अगर वो इस ट्रेंड को देखते हुए कि हाँ जी रोज इतना बढ़ना है, अगर वो 365 दिन का हिसाब लगा लेगा तो उसको ऑर्डर नहीं मिलेगा, और अगर वो नहीं लगाएगा तो वो ऑर्डर पूरा नहीं कर पाएगा। वो जो इंडस्ट्री है वो किस तरफ जाएगी? उनको कोई रैशनलाइजेशन है ही नहीं कि कहां पर वो अपना एक कॉस्ट ऑफ प्रोडक्शन के लिए उसको कहां पर कौन सा बेंचमार्क बनाए। अगर आज की डेट में मैं कहता हूँ चलो सरकारों को बोलो जी आपने रेट बढ़ाना है नहीं बढ़ाना है, वो तो अब उसमें डिबेट लंबा हो जाएगा। आप हमें ये बता दीजिए कि हम जी अपनी जो कोटेशंस हैं अपने बायर्स को और सप्लायर्स को किस बेस पे दें। आप कोई थंब रूल में बता दीजिए। उनके पास अगर इस चीज का जवाब ही मिल जाए तो हम उनके शुक्रगुजार होंगे। क्योंकि मेरे को तो नहीं लगता है शर्मा जी यहाँ पे बैठे हैं, इतने सीनियर पर्सन है टैक्स में, यही बता देंगे सर हम कुछ भी किसी तरह इसको डिफाइन कर सकते हैं जो हम अपनी इंडस्ट्री को, हम पीएचडी चेंबर की तरफ से उनको ये देते हैं, देखिए जी कि ये बहुत बड़ा एनालिसिस हमें सरकार की तरफ से आया है, आप इस बेसिस पे अपनी कोटेशंस दीजिए। तो ये तो सर ये एक ऐसी, वो जैसे इन्होंने बताया कि महामारी के साथ एक दूसरी महामारी शुरू हो गई है, और ठीक है अब जैसे सरकारें अपना काम कर रही है, हमें अब अपनी लड़ाई लड़ते रहना है, जिसमें जितना है दम वो तब तक चलता रहेगा जी। ठीक है, बिल्कुल बिल्कुल। संजीव जी बड़ी इंपॉर्टेंट चीज ਜਿਹੜੀ ਹੈਗੀ ਆ ਕਰਨ ਹੁਣਾਂ ਨੇ ਦੱਸੀ ਹੈ, ਕਿਉਂਕਿ ਇਹ ਇੰਡਸਟਰੀ ਦਾ ਔਰ ਟਰਾਂਸਪੋਰਟਰ ਦੇ ਦੋਨਾਂ ਦੇ ਲਿੰਕ ਦੀ ਗੱਲ ਹੈਗੀ ਹੈ ਕਿ ਟੈਂਡਰ ਕਿਸ ਤਰ੍ਹਾਂ ਦੇ ਨਾਲ ਹੋਣੇ ਔਰ ਕਿਸ ਤਰ੍ਹਾਂ ਦੇ ਨਾਲ ਲੈ ਲਏ ਹੈਗੇ। ਜਦੋਂ ਤੁਹਾਨੂੰ ਅਗਲੇ ਦਿਨ ਦੇ ਪੈਟਰੋਲ ਡੀਜ਼ਲ ਦੀ ਕੀਮਤ ਦਾ ਨਹੀਂ ਪਤਾ ਕਿ ਕੱਲ ਕੀਮਤ ਕੀ ਹੋਣੀ ਹੈ, ਤੁਸੀਂ 3 ਮਹੀਨੇ ਦੀ 6 ਮਹੀਨੇ ਦੀ ਪਲੈਨਿੰਗ ਕਰ ਹੀ ਨਹੀਂ ਸਕਦੇ। ਇਸ ਸਭ ਦੇ ਵਿੱਚ ਟਰਾਂਸਪੋਰਟਰ ਨੇ ਜਿਹੜੇ ਉਹ ਸੋਲੂਸ਼ਨ ਕੀ ਦੇਖਦੇ ਨੇ? ਕੋਈ ਰਸਤਾ ਹੈਗਾ ਇਸ ਦੇ ਵਿੱਚ ਤੁਹਾਡੇ ਕੋਲੇ ਕਿ ਜੇ ਤੁਹਾਨੂੰ ਕੱਲ ਦੇ ਰੇਟ ਦਾ ਨਹੀਂ ਪਤਾ ਤੇ ਕਰੋਗੇ ਕੀ? ਕਿਸ ਤਰ੍ਹਾਂ ਆਰਡਰ ਲਵੋਗੇ? ਟੈਂਡਰ ਕਿਸ ਤਰ੍ਹਾਂ ਨਾਲ ਹੋਣਗੇ? ਪੰਮਿਲ ਜੀ ਸਾਡਾ ਟੈਂਡਰ ਕੁਆਟਰਲੀ, ਹਾਫ ਈਅਰਲੀ, ਐਨੂਅਲੀ ਜਿੱਦਾਂ ਕਿਹਾ ਪਰ ਡੇ ਦੇ ਹਿਸਾਬ ਨਾਲ ਸਾਡੇ ਕੋਟੇਸ਼ਨ ਕਿਤੇ ਨਹੀਂ ਹੁੰਦੀ। ਜਦੋਂ ਅਸੀਂ ਰੇਟ ਕੋਡ ਕਰਨੇ ਆ ਕਿਤੇ ਦੇਣੇ ਆ ਤੇ ਉਹ ਅਸੀਂ ਉਹਨੂੰ ਐਨਾਲਿਸਿਸ ਕਰਕੇ ਦੇ ਦਿੰਦੇ ਆ। ਸਾਡਾ ਇਸੇ ਕਰਕੇ ਬਾਰ-ਬਾਰ ਸਰਕਾਰ ਨੂੰ ਰੋਣਾ ਕਿ ਜਦੋਂ ਹਰ ਚੀਜ਼ ਤੁਸੀਂ GST ਦੇ ਦਾਇਰੇ 'ਚ ਲੈ ਕੇ ਆਉਂਦੀ ਤੇ ਡੀਜ਼ਲ ਤੇ ਪੈਟਰੋਲ ਸਾਨੂੰ ਘੱਟੋ ਘੱਟ ਪਤਾ ਹੋਵੇ। ਉਸ ਦੇ ਵਿੱਚ ਜਦੋਂ ਤੁਸੀਂ ਮਾਰਕੀਟ ਤੋਂ ਹਾਇਰ ਗੱਡੀ ਕਰਨੀ ਹੈ ਤੁਹਾਡਾ ਐਕਸਪੈਂਡੀਚਰ ਵੱਧ ਜਾਣਾ ਹੈ, ਓਬਵੀਅਸਲੀ ਹੈ ਕਿ ਤੁਹਾਡਾ ਮਾਰਜਨ ਘਟੇਗਾ। ਜਦੋਂ ਤੁਹਾਡਾ ਮਾਰਜਨ ਘਟੇਗਾ ਤੁਸੀਂ ਸਰਵਾਈਵ ਕਿੱਥੇ ਕਰ ਸਕੋਗੇ? ਉਸ ਤੋਂ ਇਲਾਵਾ ਇੰਡਸਟਰੀ ਦੇ ਵਿੱਚ ਟੋਲ ਬਹੁਤ ਜ਼ਿਆਦਾ ਹੈਗੇ ਨੇ। ਸਾਡਾ ਟੋਲ ਨੂੰ ਲੈ ਕੇ ਬੜੀ ਹੈਜ਼ੀਟੇਸ਼ਨ ਰਹੀ ਹੈ ਕਿ ਸਾਡਾ ਟੋਲ ਜਿਹੜੇ ਤੁਸੀਂ ਫ੍ਰੀ ਕਰੋ। ਕੁਝ ਟੋਲ ਐਸੇ ਨੇ ਜਿਹੜੇ ਕਿ ਆਪਣੇ ਟੈਨਿਓਰ ਪੂਰੀ ਕਰ ਚੁੱਕੇ ਨੇ, ਪਰ ਉਹ ਸ਼ੈਲਟਰ ਹੈ, ਪੋਲੀਟੀਕਲ ਸ਼ੈਲਟਰ ਹੈ, ਕਿੱਦਾਂ ਹੈ ਉਹ ਚੱਲ ਰਹੇ ਹੈ, ਗੁੰਡਾਗਰਦੀ ਦੇ ਦਮ ਤੇ ਵੀ ਚੱਲ ਰਿਹਾ। ਅਸੀਂ ਕਿੰਨੇ ਟੋਲ ਚੱਲ ਰਹੇ ਇਸ ਤਰ੍ਹਾਂ ਦੇ? ਸਰ ਮੈਕਸਿਮਮ ਨੰਬਰਸ ਨੇ, ਇਸ ਲਈ ਤੁਹਾਨੂੰ ਵੈਸੇ ਡਿਫਾਈਨ ਨਹੀਂ ਕਰ ਸਕਦਾ ਕਿਉਂਕਿ ਕਾਫੀ ਉਹਦੇ 'ਚ ਨੰਬਰ ਹੈਗੇ ਨੇ ਜਿਹੜੇ ਕਿ ਕਈ ਸਟੇਟਾਂ ਦੇ ਵਿੱਚ ਚੱਲ ਰਹੇ ਨੇ। ਗੁੰਡਾਗਰਦੀ ਹੈ। ਤੁਸੀਂ ਗੱਡੀ ਵਾਲਾ ਉੱਥੇ 2 ਬੰਦੇ ਹੈ ਸਰ, ਤੁਸੀਂ ਟੋਲ ਤੋਂ ਮਨਾ ਕਰੋਗੇ, ਉੱਥੋਂ ਪਾਸ ਨਹੀਂ ਹੋਵੋਗੇ, ਤੁਹਾਡੇ ਸ਼ੀਸ਼ੇ ਤੋੜੇ ਜਾਣਗੇ, ਤੁਹਾਡੇ ਨਾਲ ਕੁੱਟਮਾਰ ਹੋਏਗੀ। ਇਹਦੇ ਨਾਲੋਂ ਬੈਟਰ ਹੈ ਕਿ 200-400 ਦੇ ਕੇ ਨਿਕਲਣੇ ਬੈਟਰ। MP ਬਾਰਡਰ ਦੇ ਉੱਪਰ MP ਦੇ ਵਿੱਚ ਇੰਨੀ ਗੁੰਡਾਗਰਦੀ, ਇੰਨੀ ਮਹਾਮਾਰੀ, ਅਸੀਂ PM ਨੂੰ ਰਿਪਰੈਜ਼ੈਂਟੇਸ਼ਨ ਵਿਦ ਸਬੂਤ ਜਿਹੜੇ ਕਿ ਉੱਥੇ ਸਾਡੀ ਗੱਡੀ 1 ਤਰੀਕ ਜੇ ਤੁਸੀਂ ਉੱਥੇ ਐਂਟਰ ਕਰੋਗੇ 31 ਦੀ ਰਾਤ ਨੂੰ ਐਂਟਰ ਕਰੋਗੇ 12 ਵਜੇ ਤੋਂ ਬਾਅਦ
ਤੁਹਾਡਾ ਟੈਕਸ ਵੀ ਪੂਰਾ, ਤੁਹਾਡਾ ਪਰਮਿਟ ਵੀ ਪੂਰਾ, ਤੁਹਾਡੀ ਇੰਸ਼ੋਰੈਂਸ ਵੀ ਪੂਰੀ ਹੈ, ਤੁਹਾਡਾ weight ਵੀ ਪੂਰਾ, ਤੁਸੀਂ ਅੰਡਰ weight ਜਾ ਰਹੇ ਹੋ, ਬਟ ਉਹਦੀ ਸਾਰੀ ਫੁੱਲਫਿਲ ਹੋਣ ਤੋਂ ਬਾਅਦ ਜਦੋਂ ਤੁਹਾਨੂੰ ਇੱਕ ਟੋਲ ਨਾਕੇ ਤੋਂ NOC ਮਿਲ ਜਾਂਦੀ ਹੈ, ਉਸ ਤੋਂ ਬਾਅਦ ਤੁਸੀਂ ਇੱਕ RTO ਪੋਸਟ ਤੇ ਜਾਣਾ। ਉਹ ਕਿਸ ਵਾਸਤੇ ਜਾਣਾ? ਉੱਥੇ ਤੁਹਾਨੂੰ ਇੱਕ ਸਟicker ਲੱਗੇਗਾ ਔਰ ਸਟicker ਦੇ ਨਾਲ ਉੱਥੇ ਤੁਹਾਨੂੰ ਗੱਡੀ ਦੇ ਹਿਸਾਬ ਨਾਲ ਉਹਦੀ ਪੈਰਾਮੀਟਰ ਫਿਕਸ ਕਿੰਨੇ ਜੀ, ਤੁਹਾਡਾ 1000 ਰੁਪਏ ਐਂਟਰੀ ਲੱਗੇਗੀ, 2000 ਰੁਪਏ ਐਂਟਰੀ ਲੱਗੇਗੀ। ਉਹਦਾ ਨਾ ਤਾਂ ਸਰਕਾਰ ਨੂੰ ਰੈਵਨਿਊ ਜਾ ਰਿਹਾ, ਨਾ ਸਰਕਾਰ ਦੇ ਕਿਸੇ ਖਾਤੇ 'ਚ ਜਾ ਰਿਹਾ। ਇਹ ਹਿਡਨ ਕਾਸਟ ਹੈ ਸਾਰੀ ਉਹ ਸਾਰੀ ਜਾ ਰਹੀ ਹੈ, ਜੇਬ ਢਿੱਲੀ ਹੋ ਰਹੀ ਹੈ। ਜਿਹੜਾ ਖਰਚਾ ਹੋ ਰਿਹਾ ਉਹ ਸਿਰਫ ਟਰਾਂਸਪੋਰਟਰ ਦਾ ਜਾਂ ਗੱਡੀ ਓਨਰ ਦਾ ਹੋ ਰਿਹਾ। ਅਸੀਂ ਇਹ PM ਸਾਹਿਬ ਨੂੰ ਵੀ ਰਿਪਰੈਜ਼ੈਂਟੇਸ਼ਨ ਦਿੱਤੀ ਹੈ। ਵੱਡੀਆਂ ਸਰਕਾਰਾਂ ਆਈਆਂ, ਬਾਰ-ਬਾਰ ਮੁਸੀਬਤ ਉੱਥੇ ਖੜੀ ਹੈ, ਪਰੇਸ਼ਾਨੀ ਸੇਮ ਖੜੀ ਹੈ, ਪਰ ਸੋਲੂਸ਼ਨ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਡੀਜ਼ਲ ਪੈਟਰੋਲ ਹਾਈਕ ਹੋ ਰਹੇ ਹੈ, ਇਹਦੇ ਵੱਲ ਅਸੀਂ ਬਾਰ-ਬਾਰ ਹੀ ਰਿਕੁਐਸਟ ਕੀਤੀ ਹੈ ਕਿ GST ਦੇ ਵਿੱਚ ਦਾਇਰੇ 'ਚ ਲੈ ਕੇ ਆਓ। ਡੀਜ਼ਲ ਦੇ ਪੈਟਰੋਲ ਤੇ ਸਾਨੂੰ ਪਤਾ ਹੋਏ ਕਿ ਡੀਜ਼ਲ ਤੇ ਇੰਨੇ % ਲੱਗਣਾ ਤੇ ਪੈਟਰੋਲ ਤੇ ਇੰਨੇ % ਲੱਗਣਾ। ਜਿਵੇਂ ਸ਼ਰਮਾ ਜੀ ਨੇ ਦੱਸਿਆ ਕਿ 70% ਸਰਕਾਰ ਆਪਣਾ ਰੱਖ ਕੇ ਅੱਗੇ ਸੇਲ ਕਰ ਦਿੰਦੀ ਹੈ। ਉਹ ਡੀਲਰ ਕੋਲ ਜਾਏ, ਉਹ ਕੰਜ਼ਿਊਮਰ ਕੋਲ ਜਾਏ, ਉਹ ਸਾਡੀ ਟੈਂਕੀ 'ਚ ਕਿਸ ਰੇਟ ਪਏਗਾ ਉਹ ਅਸੀਂ ਜਾਣੀਏ ਜਾਂ ਪੈਟਰੋਲ ਪੰਪ ਵਾਲਾ ਜਾਣੇ, ਕਿਉਂਕਿ ਮਾਰਜਨ ਸਭ ਨੇ ਆਪਣੇ ਲੈ ਲਏ ਹੈ। ਫਸੇਗਾ ਕੌਣ? ਕੰਜ਼ਿਊਮਰ, ਜਿਹਦੇ 'ਚ ਲਾਰਜੈਸਟ ਜਿਹੜੀ ਇੰਡਸਟਰੀ ਹੈਗੀ ਹੈ ਉਹ ਇੰਡਸਟਰੀ ਤੁਹਾਡੀ ਇੰਡਸਟਰੀ ਹੈ ਇਹ ਵਾਲੀ, ਤੇ ਆਪਣੀ ਤੁਹਾਡੀ ਕਿਸਾਨੀ ਹੈਗੀ ਹੈ, ਤੇ ਸਾਡੀ ਟਰਾਂਸਪੋਰਟ ਸੈਕਟਰ ਹੈਗਾ, ਜਿਹਦੇ ਵਿੱਚ ਕੋਈ ਸੁਣਵਾਈ ਨਹੀਂ। ਸਾਡੀ ਮਜਬੂਰੀ ਹੈ, ਜੇ ਆਪਾਂ ਚੱਕਾ ਚਲਾਣਾ ਤਾਂ ਸਰ ਸਾਨੂੰ ਡੀਜ਼ਲ ਪਾਉਣਾ ਹੀ ਪੈਣਾ। ਸੋ ਬਾਰ-ਬਾਰ ਇਹ ਹੈ ਵੀ ਸਾਨੂੰ ਜਿਹੜਾ ਘਾਟੇ 'ਚ ਜਾ ਰਹੇ ਆ, ਸਾਡੇ ਜਿਹੜੀ ਟਰਾਂਸਪੋਰਟਰ ਗੱਡੀਆਂ ਵਿਕ ਰਹੀਆਂ, ਕੰਮ ਹੈ ਨੀਗਾ, ਲੋਡਿੰਗ ਹੈ ਨਹੀਂ ਹੈ। ਔਰ ਜ਼ਿਆਦਾ ਮੇਜਰ ਜਿਹੜਾ ਫੈਕਟ ਹੈਗਾ ਕਿ ਆਲ ਓਵਰ ਇੰਡੀਆ ਦੇ ਵਿੱਚ ਅਸੀਂ ਮਾਲ ਇੱਕ ਦੂਜੀ ਜਗ੍ਹਾ ਲੈ ਕੇ ਜਾਣਾ, ਜਿਹਦੇ ਕਿ ਅਸੀਂ ਇਹਦੇ ਲੋਕਡਾਊਨ ਪੀਰੀਅਡ ਦੇ ਵਿੱਚ ਵੀ ਸਾਨੂੰ ਕਿਹਾ ਗਿਆ ਤੇ ਅਸੀਂ ਰਿਸਕ ਲੈ ਕੇ ਚਲਾਇਆ ਵੀ। ਠੀਕ ਹੈ। ਮੈਂ ਕਰਨ ਜੀ ਤੁਹਾਡੇ ਕੋਲ ਇੱਕ ਸਵਾਲ ਲੈਣਾ ਚਾਹੁੰਦਾ। ਕਰਨ, ਮੈਂ ਇੱਕ ਸਾਰੇ ਵਿਊਅਰਸ ਨੂੰ ਇਹ ਵੀ ਦੱਸਦਾ ਕਿ ਲੋਕਡਾਊਨ ਤੋਂ ਬਾਅਦ ਜਿਹੜੀ ਪੰਜਾਬ ਦੀ ਅਰਥ ਵਿਵਸਥਾ ਨੂੰ ਕਿੰਨਾ ਨੁਕਸਾਨ ਹੋਇਆ ਔਰ ਉਸ ਨੂੰ ਰਿਵਾਈਵ ਕਿਸ ਤਰ੍ਹਾਂ ਦੇ ਨਾਲ ਕੀਤਾ ਜਾਏ, ਉਸ ਨੂੰ ਲੈ ਕੇ ਜਿਹੜੀ ਪੰਜਾਬ ਸਰਕਾਰ ਨੇ ਇੱਕ ਕਮੇਟੀ ਬਣਾਈ ਸੀ ਮੋਂਟੇਕ ਸਿੰਘ ਆਲੂਵਾਲੀਆ ਦੀ ਅਗਵਾਈ ਦੇ ਵਿੱਚ, ਕਰਨ ਗਲੋਤਰਾ ਉਸ ਕਮੇਟੀ ਦੇ ਮੈਂਬਰ ਵੀ ਹੈਗੇ ਨੇ। ਕਰਨ ਜੀ, ਸਵਾਲ ਤੁਹਾਡੇ ਕੋਲ ਉਹੀ ਹੈਗਾ ਜਿਹੜਾ ਉਸ ਸਮੇਂ ਹੈਗਾ ਸੀਗਾ। ਇਹਦੇ ਨਾਲ ਤੇਲ ਐਡੀਸ਼ਨਲ ਐਡ ਹੋ ਗਿਆ। ਹੁਣ ਜਦੋਂ ਤੇਲ ਦੀਆਂ ਕੀਮਤਾਂ ਵੀ ਇਸ ਤਰ੍ਹਾਂ ਦੇ ਨਾਲ ਵੱਧ ਰਹੀਆਂ ਨੇ, ਕੋਵਿਡ ਦੇ ਦੌਰਾਨ ਅਰਥ ਵਿਵਸਥਾ ਨੂੰ ਜਿੰਨਾ ਨੁਕਸਾਨ ਹੋਇਆ, ਤੁਸੀਂ ਉਸ ਤੋਂ ਵੀ ਬਾਹਰ ਨਿਕਲਣ ਦਾ ਪਲਾਨ ਬਣਾਉਣਾ ਸੀਗਾ। ਹੁਣ ਤੇਲ ਦੀਆਂ ਕੀਮਤਾਂ ਜਿਹੜਾ ਇਫੈਕਟ ਕਰ ਰਹੀਆਂ ਨੇ, ਨੁਕਸਾਨ ਕਰ ਰਹੀਆਂ ਨੇ ਇਕਨੋਮੀ ਨੂੰ, ਇਹ ਪਲੱਸ ਇਹਦੇ ਰਿਵਾਈਵਲ ਦਾ ਪਲਾਨ ਕੀ ਹੈਗਾ? ਫਿਰ ਕਿੰਨਾ ਨੁਕਸਾਨ ਹੈਗਾ ਅਰਥ ਵਿਵਸਥਾ ਨੂੰ ਸਟੇਟ ਦੀ? देखो, ये तो वही मैं जिवें ਤੁਹਾਨੂੰ ਪਹਿਲੇ ਕਿਹਾ ਕਿ ਇਹ ਤਾਂ ਜਿਹੜਾ ਨੁਕਸਾਨ ਹੈ ਇਹ ਦਿਨ ਬ ਦਿਨ ਵੱਧਦਾ ਹੀ ਜਾ ਰਿਹਾ ਹੈ। ਇੰਡਸਟਰੀ ਨੂੰ ਵੀ ਵੱਧਦਾ ਜਾ ਰਿਹਾ ਹੈ, ਕੰਜ਼ਿਊਮਰ ਨੂੰ ਵੀ ਵੱਧਦਾ ਜਾ ਰਿਹਾ ਹੈ, ਔਰ ਨਾ ਹੀ ਇਹਦੇ ਤੇ ਕੋਈ ਹਜੇ ਕੋਈ ਸਟਾਪ ਲੱਗ ਰਿਹਾ ਹੈ ਜਾਂ ਕੋਈ ਠਹਿਰਾव आ रहा है। और अब ये मेरे को लगता है कि जो हम मैं करणजीत ਇਹਦੇ ਵਿੱਚ ਮੈਂ ਤੁਹਾਨੂੰ ਇਸ ਲਈ ਇਹ ਗੱਲ ਪੁੱਛੀ ਕਿ ਕਿਉਂਕਿ ਜਿਸ ਸਮੇਂ ਦੀ ਕਮੇਟੀ ਬਣੀ ਹੈ, ਤੁਸੀਂ ਹੁਣ ਤੱਕ ਇੱਕ ਮੋਟੀ ਅਸੈਸਮੈਂਟ ਲਾ ਲਈ ਹੋਣੀ ਹੈ ਵੀ ਸਾਨੂੰ ਇਸ ਸੈਕਟਰ ਦੇ ਵਿੱਚ ਇਹਨਾਂ ਨੁਕਸਾਨ ਹੋਇਆ ਜਾਂ ਕਲੈਕਟਿਵਲੀ ਸਾਨੂੰ ਸਾਂਝੇ ਤੌਰ ਤੇ ਇਹਨਾਂ ਨੁਕਸਾਨ ਹੋ ਚੁੱਕਿਆ। ਉਸ ਸਭ ਦੇ ਦੌਰਾਨ ਜਿਹੜਾ ਇਹ ਹੁਣ ਦੇ ਤਾਜ਼ੀ ਸਥਿਤੀ ਨੂੰ ਲੈ ਕੇ ਇੱਕ ਤੁਸੀਂ ਅੰਕਲਨ ਹੀ ਦੱਸ ਪਾਓ ਤੇ। ਦੇਖੋ ਜੀ, ਪਹਿਲੀ ਗੱਲ ਤਾਂ ਅਸੀਂ ਕੋਈ ਉਹਦੇ 'ਚ ਇਸ ਤਰ੍ਹਾਂ ਦੇ ਨੁਕਸਾਨ ਡਿਫਾਈਨ ਕਿ ਕਿੰਨੇ ਅਮਾਉਂਟ ਦਾ ਹੋਇਆ ਜਾਂ ਉਸ ਤਰ੍ਹਾਂ ਦੀ ਗੱਲ ਨਹੀਂ। ਅਸੀਂ ਤਾਂ ਇੱਕ ਨਈ ਸੋਚ ਕੀ ਹੋਣੀ ਚਾਹੀਦੀ ਹੈ ਨਵੇਂ ਪੰਜਾਬ ਵਾਸਤੇ, ਕੀ ਇਨੋਵੇਟਿਵ ਆਈਡੀਆਜ਼ ਹੋਣੇ ਚਾਹੀਦੇ ਨੇ, ਕੀ ਅਸੀਂ ਕਿਸੇ ਹੋਰ ਸਟੇਟ ਤੋਂ ਕਾਪੀ ਕਰ ਸਕਦੇ ਨੇ ਜਾਂ कोई एग्जाम्पल आप किसी और कंट्री तो ले सकते हैं, या अपने ही तरीकों से हम क्या कैसे अपनी प्रोडक्शन को, चाहे एग्रीकल्चर है कुछ है, इसमें क्या परिवर्तन ला सकते हैं जिससे हमें ये आगे पंजाब की हम सेल्फ डिपेंडेंट स्टेट बन जाए कि जिसमें हमें डिपेंड ना करना पड़े वो जैसे कोई बाहर से चीज मंगाने पे, या हम अपनी प्रोडक्शन खुद ही कर सके। तो ज्यादातर इस पे ही प्लान चल रहा था। अब क्योंकि ये एक ऐसी चीज है जो जब कमेटी बनी थी और जो हमारी जितनी को वीडियो कॉन्फ्रेंसेस हुई टॉप लेवल पे भी, कभी ये पॉइंट इतना आया ही नहीं था क्योंकि कभी किसी ने सोचा नहीं था। अब ये जिस हिसाब से निकला है, अब हमारी जैसे हमने इंटरिम रिपोर्ट देनी है, अब हमारी आने वाले हफ्ते में आपस में एक वीडियो कॉन्फ्रेंस होएगी, मीटिंग होएगी, उसमें मेरे को लगता है कि सबसे बड़ा ये मुद्दा बनके ही ये आएगा कि इसमें एटलीस्ट हमें, क्योंकि हमने जैसे पहले अगर आपने ये देखा होगा जो 22 मेंबरी कमेटी थी, इसमें टॉप इकोनॉमिस्ट, टॉप इंडस्ट्रियलिस्ट ऑल ओवर वर्ल्ड से है। तो पहले हमें स्ट्रैटेजी हमने 31 जुलाई तक का हमारे पास था अपनी रिपोर्ट देने का, बट फिर सारी कमेटी को ये लगा कि हमें पहले कुछ सुझाव पहले भी देने चाहिए ताकि जो कुछ ऐसी चीजें हैं जो हमने अभी उनको रोकना या उनको इम्प्लीमेंट करना जरूरी हो, ताकि जो कोई नुकसान है वो और ना बढ़ जाए। तो उसमें एक ये पॉइंट पेट्रोल डीजल के लिए कि स्टेट गवर्नमेंट क्या कर सकती है, और स्टेट गवर्नमेंट
आगे सेंट्रल गवर्नमेंट को किस चीज पे इंसिस्ट कर सकती है पंजाब के लिए, वो तो नेचुरली इस टाइम टॉप मुद्दा होगा। बिकॉज कोई भी, क्योंकि हमने उसमें काफी अपने सब ग्रुप बनाए हुए थे, कोई इंडस्ट्री को देख रहा था, कोई फाइनेंस को, बट अगर हम ब्रॉडली देखेंगे तो कोई ऐसा सेक्टर ही नहीं जो पेट्रोल डीजल से लिंक नहीं होगा। ਤੁਸੀਂ ਸਰਕਾਰ ਤੁਸੀਂ ਅਨਿਲ ਜੀ, ਤੁਸੀਂ ਕਰਨ ਜੀ, ਤੁਸੀਂ ਸਰਕਾਰ ਦਰਬਾਰ ਦੇ ਨਾਲ ਵੀ ਜੁੜੇ ਰਹਿੰਦੇ ਹੋ, ਫਿਰ ਤੁਸੀਂ ਇਹਨੂੰ ਹੁਣ ਜੇ ਤੁਸੀਂ ਇਸ ਤੇ ਕਲੀਅਰਲੀ ਆਪਣੀ ਰਾਏ ਦੇਵੋ, ਪੋਲੀਟੀਕਲੀ ਜਿਸ ਨੂੰ ਕਹਿੰਦੇ ਆ ਸਿਆਸੀ ਤੌਰ ਤੇ ਪੈਦਾ ਕੀਤਾ ਹੋਇਆ ਡਿਜ਼ਾਸਟਰ ਹੈਗਾ ਹੈ। ये देखिए जी, ये तो डिजास्टर तो है ही है, और ये डिजास्टर मेरे को लगता है कि सबसे बड़ा तो मैनकाइंड के लिए है, चाहे वो इंडस्ट्री में है, चाहे वो कंज्यूमर है। और ठीक है, सरकार ने, जैसे शर्मा जी ने बताया कि उन्होंने अपने जो लॉसेस थे, रेवेन्यूज थे, वो उनको पूरा करने के लिए उन्होंने एक इस चीज को अपॉर्चुनिटी समझा। बट हमें ये समझना चाहिए कि सरकार ट्रेडर नहीं होती, सरकार एक तरह से बिजनेसमैन नहीं होती। सरकार का काम है बिजनेस को फैसिलिटेट करना, इंडस्ट्री को फैसिलिटेट करना, खुद इंडस्ट्री या खुद बिजनेस अपॉर्चुनिटी नहीं ढूंढना। अब इसमें क्या होगा कि अगर आप कोई उनको सहूलियत हम देंगे भी इंडस्ट्री को, या कोई, मैं कहता हूँ, मोटिवेशनल सहूलियत ही देंगे, और एक तरफ से अगर हम ऐसे कदम लेंगे तो आगे से एक इंडस्ट्री भी सोचेगी यार कि हमें एक हाथ से कुछ देने की बात कर रहे हैं, बट वो जो आया तो है नहीं, और दूसरे हाथ से पहले खींच रहे हैं हमसे। तो ये एक बहुत बड़ा विशेष सर्कल है जिसमें ये धीरे धीरे सब फंसते जा रहे हैं। और अगर इसको जल्दी नहीं तोड़ा गया और नहीं निकले गए तो ये नहीं होता था कि जैसे पुरानी जमाने में कहावतें होती थी कि कोई नहीं, सब चीजें ठीक हो जाएंगी। अगर अब, बिकॉज ये बहुत एक क्रिटिकल टाइम है, ऐसा महामारी या ऐसा पीरियड इस जनरेशन ने कभी नहीं देखा था पिछले 100 साल में। तो इसको डिफरेंटली फाइट करना पड़ेगा। अगर ये सिमिलर स्ट्रैटेजीज पे हम चलते रहे, चाहे वो मैं कहूंगा इंडस्ट्री ने खुद अपनी इंडस्ट्री के लिए भी सोचना है, तो ये वो पुराने फैक्टर्स नहीं चलेंगे, ये सारी इनोवेशंस और न्यू आउट ऑफ द बॉक्स आइडियाज लाने पड़ेंगे। ठीक है, ਸ਼ਰਮਾ ਜੀ ਫਾਈਨਲ ਕਮੈਂਟ ਹੈਗਾ। ਅਲਟੀਮੇਟਲੀ ਇਹ ਤੁਸੀਂ ਗੱਲ ਮੰਨ ਲਓ ਹਨਾ, ਜਿਸ ਤਰ੍ਹਾਂ ਦੇ ਨਾਲ ਕਿ ਆਖਿਰਕਾਰ ਚਲੋ ਸਰਕਾਰ ਦਾ ਖਜ਼ਾਨਾ ਭਰ ਰਿਹਾ, ਚਾਹੇ ਉਹ ਸੈਂਟਰ ਦਾ ਭਰ ਰਿਹਾ ਜਾਂ ਸਟੇਟ ਦਾ ਭਰ ਰਿਹਾ, ਉਹ ਰੈਵਨਿਊ ਡੈਫਿਸਿਟ ਉਹਨਾਂ ਦਾ ਸੀਗਾ, ਕਿਸੇ ਤਰ੍ਹਾਂ ਦੇ ਨਾਲ ਚਲੋ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ, ਪਰ ਬਾਹਰ ਜਿਹੜੇ ਖੜੇ ਲੋਕਾਂ ਦੇ ਉੱਤੇ ਆਰਥਿਕ ਬੋਝ ਪੈ ਰਿਹਾ, ਜਾਂ ਜਿਹੜਾ ਰੋਜ਼ਗਾਰ ਨੂੰ, ਉਦਯੋਗਾਂ ਨੂੰ ਨੁਕਸਾਨ ਹੋ ਰਿਹਾ, ਅਲਟੀਮੇਟਲੀ ਸਟੇਟ ਦੀ ਇਕਨੋਮੀ ਨੂੰ ਇਹਨਾਂ ਚੀਜ਼ਾਂ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਅਸਰ ਪਏਗਾ? ਫਾਈਨਲ ਕਮੈਂਟ। ਆਮਿਲ ਜੀ ਦੇਖੋ, ਕੋਵਿਡ-19 ਤੋਂ ਪਹਿਲਾਂ ਵੀ ਪੰਜਾਬ ਸਰਕਾਰ ਦੀ ਜਿਹੜੀ ਪੰਜਾਬ ਦੀ ਜਿਹੜੀ ਇਕਨੋਮੀ ਸੀ, ਕੋਈ ਇੰਨੀ ਜ਼ਿਆਦਾ ਅੱਛੀ ਤਰ੍ਹਾਂ ਇੰਪਰੂਵ ਨਹੀਂ ਕਰ ਰਹੀ ਸੀ, ਦਿਨ ਪਰ ਦਿਨ ਉਹਦੀ ਹਾਲਤ ਖਰਾਬ ਹੀ ਹੁੰਦੀ ਜਾ ਰਹੀ ਸੀ। ਕੋਵਿਡ-19 ਆ ਕੇ ਉਹਦਾ ਹੋਰ ਵੀ ਜ਼ਿਆਦਾ ਬੁਰਾ ਹਾਲ ਕਰ ਦਿੱਤਾ। ਇੰਡਸਟਰੀ ਪੰਜਾਬ 'ਚੋਂ ਆਲਰੇਡੀ ਪਲਾਨਾ ਕਰ ਚੁੱਕੀ ਹੈ, ਤੇ ਜਿਹੜੀ ਥੋੜੇ ਬਹੁਤੇ ਬੱਚੇ ਵੀ ਉਹ ਵੀ ਸਟਰਗਲ ਹੀ ਕਰ ਰਹੇ ਆ, ਕੋਈ ਕੰਫਰਟੇਬਲ ਜ਼ੋਨ ਦੇ ਵਿੱਚ ਕੰਮ ਨਹੀਂ ਕਰ ਰਹੀ ਪੰਜਾਬ ਦੀ ਇੰਡਸਟਰੀ। ਪੰਜਾਬ ਦੀ ਐਗਰੀਕਲਚਰ ਜੋ ਕਿ ਵਰਲਡ ਵਾਈਡ ਮਸ਼ਹੂਰ ਹੈ, ਵਰਲਡ ਵਾਈਡ ਉਹਦੀ ਸਟਰੈਂਥ ਬਹੁਤ ਜ਼ਿਆਦਾ ਹੈਗੀ ਪੰਜਾਬ ਐਗਰੀਕਲਚਰ ਦੀ, ਲੇਕਿਨ ਉੱਥੇ ਵੀ ਆਪਾਂ ਦੇਖਦੇ ਹਾਂ ਕਿ ਫਾਰਮਰਸ ਵੀ ਲਗਾਤਾਰ ਰੋਂਦੇ ਰਹੇ ਆ। ਪੰਜਾਬ 'ਚ ਹਾਈਐਸਟ ਸ਼ਾਇਦ ਸੁਸਾਈਡ ਰੇਟ ਹੈ ਪੰਜਾਬ ਦੇ ਅੰਦਰ ਫਾਰਮਰਸ ਦਾ ਵੀ, ਤਾਂ ਕਿ ਜਦਕਿ ਪੰਜਾਬ ਦੀ ਐਗਰੋ ਇੰਡਸਟਰੀ ਨੂੰ ਅਸੀਂ ਬੜੀ ਅੱਛੀ ਤਰੀਕੇ ਨਾਲ ਇੰਪਰੂਵ ਕਰਾ ਸਕਦੇ ਹਾਂ, ਲੇਕਿਨ ਫਿਲਹਾਲ ਨਹੀਂ ਕਰਾ ਪਾ ਰਹੇ ਸਮ ਔਰ ਅਦਰ ਰੀਜ਼ਨਸ। तो कहने का मतलब मेरा यह है कि अगर सरकार अपने खजाने इस तरह भरती रहेगी, ये सोच के कि जे मैंने उधरों नुकसान हो रहा है, मैं इत्थों भरपाई पूरी कर लांगी, या मैं लीकर दे अंदर या शराब दे अंदर एक्साइज ड्यूटी बढ़ा के मैं रेवेन्यू जनरेट कर लवांगी, तो मैं मानता कि एक शॉर्ट टर्म सोच के वास्ते तो ठीक है, लेकिन लॉन्ग रन दे विच ना इहदा कस्टमर नूं फायदा ते ना इहदा इंडस्ट्री नूं फायदा है। गवर्नमेंट ਨੂੰ ਇੱਕ ਬੈਲੈਂਸ ਬਣਾ ਕੇ ਚੱਲਣਾ ਪਏਗਾ, ਜਿਹਦੇ ਨਾਲ ਕਿ ਇੰਡਸਟਰੀ ਦਾ ਵੀ ਚੱਕਾ ਚੱਲੇ, ਕੰਜ਼ਿਊਮਰ ਨੂੰ ਵੀ ਬੈਨੀਫਿਟ ਮਿਲਦਾ ਰਹੇ, ਔਰ ਸਰਕਾਰ ਦਾ ਘਰ ਵੀ ਚੱਲਦਾ ਰਹੇ। ਇਦਾਂ ਦੀ ਸਟ੍ਰੈਟਜੀ ਬਣਾ ਕੇ ਸਰਕਾਰ ਨੂੰ ਕੰਮ ਕਰਨਾ ਚਾਹੀਦਾ, ਨਾ ਕਿ ਵਨ ਸਾਈਡਡ ਹੋ ਕੇ ਕੰਮ ਕਰੋ। ਰੀਅਲ ਸਟੇਟ ਤੁਹਾਡੀ ਬਿਲਕੁਲ ਬੈਠ ਗਈ ਹੈ, ਰੀਅਲ ਸਟੇਟ 'ਚ ਕੋਈ ਐਕਟੀਵਿਟੀ ਨਹੀਂ ਹੋ ਰਹੀ। ਇੰਡਸਟਰੀ 35% ਲੈਵਲ ਤੇ ਅਗਰ ਤੁਸੀਂ ਇੰਡਸਟਰੀ ਚਲਾ ਕੇ ਕਹੋ ਕਿ ਅਸੀਂ ਇੰਡਸਟਰੀ ਚਲਾਤੀ, ਇੰਡਸਟਰੀ ਕਦੇ ਵੀ ਆਈਸੋਲੇਸ਼ਨ 'ਚ ਨਹੀਂ ਚੱਲਦੀ। ਇੰਡਸਟਰੀ ਇੱਕ ਪੂਰਾ ਸਾਈਕਲ ਹੈ ਜਿਹੜਾ ਕਿ ਜਦ ਤੱਕ ਪੂਰੀ ਕੈਪੈਸਿਟੀ ਅਵੇਲੇਬਲ ਨਹੀਂ ਹੋਏਗੀ, ਇੰਡਸਟਰੀ ਦਾ ਚੱਕਰ ਨਹੀਂ ਚੱਲ ਸਕਦਾ। ਇੰਡਸਟਰੀ ਇੱਕ ਦੂਜੇ ਨਾਲ ਲਿੰਕਡ ਹੈ। ਡੀਜ਼ਲ ਪੈਟਰੋਲ ਦੀ ਮਾਰ ਅਗਰ ਤੁਸੀਂ ਉੱਤੇ ਟਰਾਂਸਪੋਰਟ ਦੀ ਜਿਹੜੀ ਸਪਲਾਈ ਚੇਨ ਹੈ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰੋਗੇ ਤੇ ਪੂਰੀ ਇਕਨੋਮੀ ਨੂੰ ਇਹਦਾ ਟਰਾਂਸਪੋਰਟੇਸ਼ਨ ਜਿਹੜੀ ਹੈ ਇੱਕ ਤਰ੍ਹਾਂ ਦੀ ਬਲੱਡ ਸਰਕੂਲੇਸ਼ਨ ਹੈ, ਜਿਵੇਂ ਬੋਡੀ ਦੇ ਅੰਦਰ ਬਲੱਡ ਸਰਕੂਲੇਸ਼ਨ ਹੁੰਦਾ ਜਿਹੜਾ ਕਿ ਆਕਸੀਜਨ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਂਦਾ ਹੈ। ਜੇ ਤੁਹਾਡੇ ਡਿਫਰੈਂਟ ਸੈਗਮੈਂਟ ਨੂੰ ਆਕਸੀਜਨ ਹੀ ਨਹੀਂ ਮਿਲੇਗੀ ਤਾਂ ਤੁਹਾਨੂੰ ਸਾਹ ਕਿੱਥੋਂ ਆਏਗਾ? ਸਾਹ ਨਹੀਂ ਆਏਗਾ ਤਾਂ ਹਿਊਮਨ ਬੀਇੰਗ ਕਿੱਦਾਂ ਜੀਵਿਤ ਰਹੇਗੀ? ਤੁਸੀਂ ਦੇਖੋ ਦੁੱਧ ਸਵੇਰੇ ਸਾਡੇ ਕੋਲ ਦੁੱਧ ਆਉਂਦਾ ਹੈ ਮਾਰਕੀਟ 'ਚ, ਦੁੱਧ ਵੇਰਕਾ ਸਪਲਾਈ ਕਰਦਾ, ਵੇਰਕਾ ਦੀ ਸਪਲਾਈ ਕਿਆ ਬਿਨਾਂ ਡੀਜ਼ਲ ਪੈਟਰੋਲ ਤੋਂ ਹੋ ਜਾਂਦੀ ਹੈ? ਬਿਲਕੁਲ ਹਾਂ। ਤੁਹਾਡੀ ਐਂਬੂਲੈਂਸ ਪੇਸ਼ੈਂਟ ਨੂੰ ਲੈ ਕੇ ਜਾਂਦੀਆਂ, ਕਿਆ ਉਹ ਡੀਜ਼ਲ ਪੈਟਰੋਲ ਤੋਂ ਬਿਨਾਂ ਚੱਲ ਪੈਂਦੀਆਂ?
ਤੇ ਕਹਿਣ ਦਾ ਮਤਲਬ ਮੇਰਾ ਇਹ ਹੈ ਕਿ ਡੀਜ਼ਲ ਪੈਟਰੋਲ ਇੱਕ ਐਸਾ ਸੈਗਮੈਂਟ ਹੈ ਇਕਨੋਮੀ ਦੀ ਕਿ ਜਿਹਨੂੰ ਬੈਲੈਂਸ ਬਣਾ ਕੇ ਚੱਲਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਜਿਹੜੀ ਇਕਨੋਮੀ ਹੈ ਇਹਨੂੰ ਪੈਰਾਲਾਈਜ਼ ਹੋਣਾ ਹੀ ਹੋਣਾ ਹੈ। ਠੀਕ ਹੈ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਸਮਾਂ ਦੇਣ ਦੇ ਲਈ। ਸਾਡੇ ਖਾਸ ਮਹਿਮਾਨਾਂ ਨੂੰ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਦੇ ਨਾਲ ਸਿਰਫ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਨੂੰ ਦੋ ਸ਼ਬਦਾਂ ਦੇ ਵਿੱਚ ਨਹੀਂ ਦੱਸਿਆ ਜਾ ਸਕਦਾ ਕਿ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵੱਧ ਗਈਆਂ। ਹਰ ਘਰ ਤੱਕ ਉਸ ਦੀ ਨਾਲ ਜਿਹੜੀ ਮਹਿੰਗਾਈ ਪੈਦਾ ਹੁੰਦੀ ਹੈ, ਇਨਫਲੇਸ਼ਨ ਜਿਹੜੀ ਹੁੰਦੀ ਹੈ, ਉਸ ਦਾ ਅਸਰ ਹਰ ਘਰ ਤੱਕ ਹੈਗਾ। ਔਰ ਕੋਵਿਡ ਦੇ ਕਾਲ ਤੋਂ ਬਾਅਦ ਜਿਹੜੀ ਉਮੀਦ ਕੀਤੀ ਜਾ ਰਹੀ ਸੀਗੀ ਕਿ ਉਦਯੋਗਾਂ ਨੂੰ, ਇੰਡਸਟਰੀ ਨੂੰ ਦੁਬਾਰਾ ਪੈਰਾਸਿਰ ਕੀਤਾ ਜਾਏਗਾ, ਡੀਜ਼ਲ ਪੈਟਰੋਲ ਦੀ ਮਹਿੰਗਾਈ ਦੇ ਨਾਲ ਅਸਰ ਬਹੁਤ ਬੁਰੀ ਤਰ੍ਹਾਂ ਨਾਲ ਉਦਯੋਗਾਂ ਨੂੰ ਵੀ ਪੈਣਾ ਸ਼ੁਰੂ ਹੋ ਚੁੱਕਿਆ ਹੈਗਾ। ਹਾਲਾਂਕਿ ਜਿਹੜੇ PhD ਚੈਂਬਰ ਆਫ ਕਾਮਰਸ ਦੇ ਪੰਜਾਬ ਦੇ ਜਿਹੜੇ ਚੇਅਰਮੈਨ ਹੈਗੇ ਨੇ, ਉਹ ਇੱਥੋਂ ਤੱਕ ਕਹਿ ਰਹੇ ਨੇ ਕਿ ਸ਼ਾਇਦ ਦੂਸਰਾ ਲਾਕਡਾਊਨ ਇੰਡਸਟਰੀ ਖੁਦ ਨੂੰ ਆਪਣੇ ਆਪ ਕਰ ਲੇਗੀ ਜੇਕਰ ਇਸੇ ਤਰ੍ਹਾਂ ਦੇ ਨਾਲ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਧਦੀਆਂ ਰਹੀਆਂ। ਫਿਲਹਾਲ ਕਰਨ ਜੀ, ਸਜੀਵ ਜੀ ਔਰ ਅਨਿਲ ਜੀ, ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ, ਟਾਈਮ ਦੇਣ ਦੇ ਲਈ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।